ਆ ਤੂੰ ਬੰਦਗੀ ਦੇ ਨਸ਼ੇ ਵਿੱਚ ਆ, ਉਹ ਰਸ ਇਹ ਰਸ ਛੱਡ ਉਹ ਰਸ ਆਵਾ। ਭਗਤ ਜੀ ਕਹਿੰਦੇ ਆ ਜਦੋਂ ਦੁਨੀਆ ਦੇ ਰਸ ਨੂੰ ਛੱਡੇਗਾ ਨਾ, ਤੈਨੂੰ ਨਿਰੰਕਾਰ ਦੀ ਬੰਦਗੀ ਦਾ ਰਸ ਆਏਗਾ। ਉਹਨਾਂ ਦਾ ਪ੍ਰਕਾਸ਼ ਬਨਾਰਸ ਦੀ ਉਹ ਧਰਤੀ ਜਿੱਥੇ ਲਹਿਰਾ ਬਾਗਾ ਤਲਾਬ ਹੁੰਦਾ ਸੀ, ਅੱਜ ਉੱਥੇ ਨਗਰ ਮਾਂਡੂਆ ਹੈ। ਮਾਂਡੂਆ ਨਗਰ ਦੇ ਅੰਦਰ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ ਤੇ ਬਹੁਤ ਸਾਰੇ ਸਰੋਤਾਂ ਨੂੰ ਤੁਸੀਂ ਪੜ੍ਹੋਗੇ ਉਹਨਾਂ ਦੇ ਜਨਮ ਦਾ ਜਿਹੜਾ ਪ੍ਰਕਾਸ਼ ਸਥਾਨ ਹੈ ਉਹ ਜਗ੍ਹਾ ਇੱਕ ਨਹੀਂ ਮਿਲਦੀ, ਕਈ ਜਗ੍ਹਾ ਲਿਖੀਆਂ। ਉਹਨਾਂ ਦੇ ਮਾਤਾ ਪਿਤਾ ਦੇ ਨਾਮ ਵੀ ਕਈ ਮਿਲਦੇ ਨੇ, ਕਿਉਂਕਿ ਵਿਰੋਧੀ ਦੀ ਇਹ ਇੱਕ ਚਾਲ ਹੋਇਆ ਕਰਦੀ ਹੈ ਵੀ ਜਦੋਂ ਕਿਸੇ ਦੇ ਇਤਿਹਾਸ ਨੂੰ ਰੋਲਣਾ ਹੈ ਨਾ ਤਾਂ ਉਹਦੇ ਵਿੱਚ ਵੈਰਾਈਟੀ ਪੈਦਾ ਕਰ ਦਿਓ। ਜਦੋਂ ਕਈ ਕੁਝ ਮਿਲੇਗਾ ਤੇ ਦੇਖਣ ਵਾਲੇ ਭੁਲੇਖੇ 'ਚ ਪੈ ਜਾਣਗੇ, ਪਤਾ ਨਹੀਂ ਕੀ ਸੱਚ ਹੈ ਕੀ ਝੂਠ ਹੈ। ਇਹ ਉਹਨਾਂ ਦੇ ਇਤਿਹਾਸ ਨੂੰ ਵਿਗਾੜਿਆ ਜਾਂਦਾ ਹੈ। ਮੈਂ ਧੰਨਵਾਦ ਕਰਦਾ ਸਰਦਾਰ ਗੰਡਾ ਸਿੰਘ ਵਰਗੇ ਮਹਾਨ ਲਿਖਾਰੀਆਂ ਦਾ, ਜਿਨ੍ਹਾਂ ਨੇ ਬਹੁਤ ਸਾਰੇ ਸਰੋਤਾਂ ਦਾ ਨਿਚੋੜ ਕੱਢ ਕੇ ਸਾਨੂੰ ਇਹ ਦੱਸਿਆ ਕਿ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਭਾਈ ਸੰਤੋਖਾ ਜੀ, ਉਹਨਾਂ ਦੇ ਸਤਿਕਾਰਯੋਗ ਮਾਤਾ ਘਰਬਿਨੀਆ ਜੀ, ਜਿਨ੍ਹਾਂ ਦੇ ਗ੍ਰਹਿ ਵਿਖੇ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਹੁੰਦਾ ਹੈ। ਤੇ ਭਗਤ ਜੀ ਦੇ ਪਿਤਾ ਜੀ ਨੇ ਜਦੋਂ ਉਮਰ ਬਚਪਨ ਬੀਤਿਆ, ਕਿਉਂਕਿ ਬਚਪਨ ਤੋਂ ਪਤਾ ਲੱਗ ਜਾਂਦਾ ਬੱਚੇ ਦਾ ਕੀ ਨੁਹਾਰ ਹੈ। ਬਾਣੀ ਵਿੱਚ ਲਿਖਿਆ ਭਗਤਾਂ ਦੀ ਚਾਲ ਦੁਨੀਆ ਦੇ ਲੋਕਾਂ ਨਾਲ ਮਿਲਦੀ ਨਹੀਂ। ਭਗਤਾਂ ਕੀ ਚਾਲ ਨਿਰਾਲੀ, ਜਿੰਨੀ ਕਿ ਤੁਕ ਚੇਤੇ ਹੁੰਦੀ ਬੋਲਿਆ ਕਰੋ। ਘੱਟੋ ਘੱਟ ਜਿਹੜਾ ਨਾਲ ਬੈਠਾ ਜਿਹਨੇ ਕਦੇ ਬਾਣੀ ਨਹੀਂ ਪੜ੍ਹੀ, ਉਹ ਜ਼ਰੂਰ ਸੋਚਦਾ ਵੀ ਜੇ ਆਪਾਂ ਪੜ੍ਹੀ ਹੁੰਦੀ ਆਪਾਂ ਵੀ ਤੁਕ ਪੂਰੀ ਕਰ ਦਿੰਦੇ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਉਹ ਜਿਹੜੇ ਮਾਰਗ ਤੇ ਤੁਰਦੇ ਆ ਨਾ, ਉਹ ਮਾਰਗ ਆਮ ਨਹੀਂ ਹੁੰਦਾ, ਉਹ ਮਾਰਗ ਖਾਸ ਹੈ। ਉਹ ਖਾਸ ਕਿਵੇਂ ਹੈ? ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ। ਲਓ ਜੀ, ਇਹ ਵਿਸ਼ੇਸ਼ਤਾ ਹੈ ਉਹਨਾਂ ਦੀ ਚਾਲ ਦੀ। ਉਹ ਦੁਨੀਆ ਦੇ ਲੋਭ ਲਾਲਚਾਂ ਦੇ ਵਿਕਾਰਾਂ ਦੇ ਚਸਕਿਆਂ ਦੇ ਵਿੱਚ ਨਹੀਂ ਫਸਦੇ ਤੇ ਉਹ ਸਾਡੇ ਵਾਂਗੂ ਵਿਅਰਥ ਨਹੀਂ ਬੋਲਦੇ। ਬੰਦਾ ਤੇ ਵਿਅਰਥ ਬੜਾ ਬੋਲਦਾ ਨਾ, ਇਹ ਦੂਜੇ ਦੀ ਨਿੰਦਿਆ ਕਰਦਾ, ਮੂੰਹ ਵਿੱਚੋਂ ਬੜੀ ਝੱਗ ਸੁੱਟਦਾ। ਇਹ ਆਂਦਾ ਕਿਸੇ ਦੀ ਕਮਜ਼ੋਰੀ ਮੇਰੇ ਹੱਥ ਆ ਜਾਏ ਮੈਂ ਤੇ ਸਾਰੀ ਦੁਨੀਆ 'ਚ ਪਾ ਕੇ ਛੱਡ ਦਿਉ। ਤੇ ਭਗਤ ਜੀ ਨੇ ਆਖਿਆ ਸੀ, ਉਹ ਦੂਜੇ ਵੱਲ ਉਂਗਲ ਬਾਅਦ 'ਚ ਕਰੀ, ਪਹਿਲਾਂ ਆਪਣੇ ਜੀਵਨ ਵੱਲ ਜ਼ਰੂਰ ਵੇਖੀ। ਆਪਨ ਡੈ ਗਿਰਵਾਨ ਮੈਂ ਸਿਰ ਨੀਵਾ ਕਰ ਦੇਖ। ਇਹ ਹੈ ਭਗਤਾਂ ਦੀ ਨਿਰਾਲੀ ਚਾਲ। ਉਹ ਨਿਰਾਲੀ ਚਾਲ ਵਾਲੇ ਪ੍ਰਭੂ ਬੰਦਗੀ ਦਾ ਖਿਆਲ ਰਹਿੰਦਾ ਤੇ ਪਿਤਾ ਜੀ ਨੂੰ ਲੱਗਿਆ ਵੀ ਇਹਨੇ ਕਾਰੋਬਾਰ ਦੇ ਵਿੱਚ ਕੋਈ ਜ਼ਿਆਦਾ ਤਰੱਕੀ ਨਹੀਂ ਕਰਨੀ ਲੱਗਦੀ, ਕਿਤੇ ਜਿਹੜਾ ਜੋੜਿਆ ਕਰਿਆ ਸਾਡਾ ਇਹ ਵੀ ਨਾ ਬਰਬਾਦ ਹੋ ਜਾਵੇ। ਉਹ ਕਹਿੰਦੇ ਮੈਂ ਪੁੱਤ ਨੂੰ ਜ਼ਿਆਦਾ ਜ਼ਿੰਮੇਵਾਰ ਬਣਾ ਦਿਆਂ, ਇਹਦੇ ਤੇ ਥੋੜਾ ਜਿਹਾ ਪਰਿਵਾਰ ਦਾ ਬੋਝ ਪਏ। ਉਹਨਾਂ ਦੀ ਸ਼ਾਦੀ ਹੋਈ। ਇੱਥੇ ਵੀ ਨਾਮ ਵੱਖ-ਵੱਖ ਨੇ, ਬਹੁਤਿਆਂ ਲਿਖਿਆ ਮਾਤਾ ਭਾਗਣ ਦੇਵੀ ਜੀ, ਸਾਡੇ ਸਤਿਕਾਰਯੋਗ ਮਾਤਾ ਜੀ, ਉਹਨਾਂ ਦੇ ਮਹਿਲ ਜਿਨ੍ਹਾਂ ਦੇ ਨਾਲ ਭਗਤ ਜੀ ਦੀ ਸ਼ਾਦੀ ਹੁੰਦੀ ਹੈ ਤੇ ਉਹਨਾਂ ਨੂੰ ਪਰਿਵਾਰ ਵਿੱਚ ਵੱਖਰਿਆ ਕੀਤਾ ਗਿਆ। ਹੁਣ ਵੱਖਰੇ ਤੌਰ ਤੇ ਪੁੱਤ ਜ਼ਿੰਮੇਵਾਰ ਬਣ ਜਾਏ, ਇਹਨੂੰ ਪਤਾ ਲੱਗ ਜਾਏ ਮਾਇਆ ਕਿਵੇਂ ਕਮਾਈ ਦੀ ਹੈ, ਕਿਵੇਂ ਖਰਚੀ ਦੀ ਹੈ। ਭਗਤ ਜੀ ਦਾ ਵੱਖਰਾ ਇੱਕ ਆਪਣੀ ਛੱਤੀ ਹੋਈ ਕੁੱਲੀ ਹੈ, ਜਿਹਦੇ ਵਿੱਚ ਗ੍ਰਸਤੀ ਜੀਵਨ ਜਿਉਣ ਵਾਲੇ ਭਗਤ ਰਵਿਦਾਸ ਜੀ ਮਹਾਰਾਜ। ਸਾਧ ਸੰਗਤ, ਮੈਂ ਰਾਤ ਦੇ ਦੀਵਾਨਾਂ ਵਿੱਚ ਵੀ ਇਹ ਬੇਨਤੀ ਕਰੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਬ੍ਰਹਮ ਗਿਆਨੀ ਨੇ ਨਾ, ਉਹ ਸਾਰੇ ਗ੍ਰਸਤੀ ਜੀਵਨ ਜਿਉਣ ਵਾਲੇ ਨੇ। ਗੁਰੂ ਗ੍ਰੰਥ ਸਾਹਿਬ ਦੇ ਬ੍ਰਹਮ ਗਿਆਨੀਆਂ ਨੇ ਕਿਰਤ ਦੇ ਵਿੱਚੋਂ ਕਰਤਾਰ ਵੇਖਿਆ, ਪਰ ਅਫਸੋਸ ਅੱਜ ਭਾਰਤ ਦੀ ਧਰਤੀ ਤੇ ਤੁਸੀਂ ਜਿਨ੍ਹਾਂ ਨੂੰ ਬ੍ਰਹਮ ਗਿਆਨੀ ਕਹਿਣ ਲੱਗ ਪਏ ਨਾ, ਉਹ ਤੁਹਾਡੀ ਕਿਰਤ ਦੇ ਲੁਟੇਰੇ ਨੇ। ਉਹ ਕਹਿੰਦੇ ਅਸੀਂ ਕੁਝ ਨਹੀਂ ਕਰਨਾ, ਪੈਟਰੋਲ ਦੀ ਕੀਮਤ ਭਾਵੇਂ 200 ਰੁਪਇਆ ਲੀਟਰ ਬਣ ਜਾਏ, ਸਾਨੂੰ ਕੋਈ ਚਿੰਤਾ ਨਹੀਂ। ਸਾਡੀਆਂ ਗੱਡੀਆਂ ਦਾ ਤੇਲ ਤੁਸੀਂ ਫੂਕਣਾ, ਅਸੀਂ ਕਿਹੜੀ ਗੱਲੋਂ ਧਰਨਾ ਦੇਣਾ ਬਈ। ਪਰ ਜਿਹੜਾ ਬੰਦਾ ਹੱਥੀਂ ਕਿਰਤ ਕਰਕੇ ਦਿਹਾੜੀ ਕਰਕੇ ਮਾਇਆ ਲੈ ਕੇ ਆਉਂਦਾ ਨਾ,
ਉਹਨੂੰ ਪਤਾ ਕਿਰਤ ਦੀ ਕੀਮਤ ਕੀ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਬ੍ਰਹਮ ਗਿਆਨੀ, ਉਹਨਾਂ ਨੂੰ ਕਿਰਤ ਦੀ ਕੀਮਤ ਦਾ ਪਤਾ। ਉਹਨਾਂ ਨੇ ਕਿਰਤ ਵਿੱਚੋਂ ਕਰਤਾਰ ਦੇਖਿਆ। ਉਹਨਾਂ ਦਾ ਸਿਧਾਂਤ ਹੈ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਾਂਸ਼ੀ ਦੀ ਧਰਤੀ ਦੇ ਉੱਤੇ ਇੱਕ ਭਗਤ ਖੱਡੀ ਬੁਣਦਾ, ਉਹਦੀ ਕਿਰਤ ਹੈ ਖੱਡੀ ਬੁਣਨੀ, ਭਗਤ ਕਬੀਰ। ਤੇ ਦੂਸਰੇ ਭਗਤ ਰਵਿਦਾਸ ਜੀ ਨੇ ਜਿਹੜੇ ਜੁੱਤੀਆਂ ਗੰਢਦੇ ਨੇ। ਉਹਨਾਂ ਨੇ ਆਪਣੀ ਬਾਣੀ ਵਿੱਚ ਲਿਖਿਆ ਕਿ ਮੇਰੀ ਕੁੱਲ ਦੇ ਬੰਦੇ ਅੱਜ ਵੀ ਇਸ ਕੁਰਤ ਨਾਲ ਜੁੜੇ ਨੇ ਤੇ ਇਸ ਕਿਰਤ ਤੇ ਮਾਣ ਆ। ਅਸਲ 'ਚ ਜਿਹੜਾ ਸੰਸਾਰ ਹੈ ਨਾ, ਇੱਥੇ ਵਡਿਆਈ ਮਿਲਦੀ ਹੈ ਮਾਇਆ ਕਰਕੇ। ਬਾਣੀ ਵਿੱਚ ਲਿਖਿਆ ਹੈ ਨਿਰਧਨ ਆਦਰ ਕੋਏ ਨਾ ਦੇ, ਲੱਖ ਯਤਨ ਕਰੇ ਉਹ ਚਿਤ ਨਾ ਧਰੇ। ਗਰੀਬ ਬੰਦੇ ਨੂੰ ਇੱਥੇ ਕੋਈ ਆਦਰ ਨਹੀਂ ਦਿੰਦਾ। ਮੇਰਾ ਗੁਰੂ ਹੈ ਜਿਹਨੂੰ ਕਿਤੇ ਵੀ ਢੋਈ ਨਾ ਮਿਲੇ, ਗੁਰੂ ਗ੍ਰੰਥ ਸਾਹਿਬ ਜੀ ਉਹਨੂੰ ਛਾਤੀ ਨਾਲ ਲਾ ਲੈਂਦੇ। ਇਹ ਮੇਰੇ ਗੁਰੂ ਦਾ ਬਿਰਧ ਹੈ। ਪਰ ਦੁਨੀਆ ਦੇ ਉੱਤੇ ਜੋ ਸਰ ਧਨ ਨਿਰਧਨ ਕਹਿ ਜਾਏ, ਦੀਆ ਆਦਰ ਲਿਆ ਬੁਲਾਏ। ਅਮੀਰ ਬੰਦਾ ਗਰੀਬ ਦੇ ਗਿਆ, ਉਹਦੇ ਕੋਲ ਰੱਬ ਦਾ ਵਰਸਾਇਆ ਬਹੁਤ ਵੱਡਾ ਦਿਲ ਸੀ, ਉਹਨੇ ਮਾਣ ਕੀਤਾ। ਪਰ ਜਦੋਂ ਗਰੀਬ ਅਮੀਰ ਦੇ ਘਰ ਗਿਆ ਨਾ, ਜੋ ਨਿਰਧਨ ਸਰਧਨ ਕਹਿ ਜਾਏ, ਆਗੇ ਬੈਠਾ ਪੀਠ ਫਰਾਏ। ਉਹ ਚੱਜ ਨਾਲ ਬੋਲਦਾ ਨਹੀਂ, ਉਹ ਕਹਿੰਦਾ ਇਹ ਬਹੁਤ ਨੀਵਾਂ ਹੈ। ਪਰ ਚੇਤਾ ਰੱਖਿਓ, ਪ੍ਰਮਾਤਮਾ ਨੇ ਕਿਸੇ ਨੂੰ ਆਤਮਿਕ ਖਜ਼ਾਨੇ ਵਿੱਚ ਗਰੀਬ ਨਹੀਂ ਰੱਖਿਆ। ਵੱਖਰੀ ਗੱਲ ਹੈ ਵੀ ਬੰਦਾ ਕਦੇ ਫੋਲ ਕੇ ਨਾ ਵੇਖੇ। ਭੀਖਾ ਭੁੱਖਾ ਕੋ ਨਹੀਂ, ਸਭ ਕੀ ਗਠੜੀ ਲਾਲ। ਰੱਬ ਨੇ ਸਾਰਿਆਂ ਨੂੰ ਇੱਕੋ ਜਿਹਾ ਆਤਮਿਕ ਖਜ਼ਾਨਾ ਦਿੱਤਾ, ਕੋਈ ਗਰੀਬ ਨਹੀਂ। ਹੁਣ ਵੱਖਰੀ ਗੱਲ ਹੈ ਜੇ ਬੰਦਾ ਉਹ ਖਜ਼ਾਨੇ ਨੂੰ ਖੋਲ ਕੇ ਨਾ ਵੇਖੇ। ਭਗਤ ਰਵਿਦਾਸ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਬ੍ਰਹਮ ਗਿਆਨੀ, ਗ੍ਰਸਤੀ ਜੀਵਨ ਜਿਉਣ ਵਾਲੇ, ਇੱਥੇ ਭਗਤ ਨਾਮਦੇਵ ਮਹਾਰਾਸ਼ਟਰ ਦੀ ਧਰਤੀ ਤੇ ਕੱਪੜਾ ਰੰਗ ਰਹੇ ਨੇ। ਭਗਤ ਕਬੀਰ ਜੀ ਖੱਡੀ ਬੁਣ ਰਹੇ ਨੇ। ਨਾਮਦੇਵ ਜੀ ਆਪਣੀ ਕਿਰਤ ਕਰ ਰਹੇ ਨੇ। ਭਗਤ ਧੰਨਾ ਜੀ ਆਪਣੇ ਖੇਤਾਂ 'ਚ ਖੇਤੀ ਕਰ ਰਹੇ ਨੇ। ਭਗਤ ਰਵਿਦਾਸ ਜੀ ਮਹਾਰਾਜ ਦਾ ਗ੍ਰਸਤੀ ਜੀਵਨ, ਮੈਂ ਉਹਨਾਂ ਦੀ ਮਹਾਨਤਾ ਦਾ ਜ਼ਿਕਰ ਕਰ ਰਿਹਾ। ਸਾਧ ਸੰਗਤ, ਜੇ ਅੱਜ ਦੇ ਸਮਾਗਮ ਦੇ ਅੰਦਰ ਭਗਤ ਜੀ ਦੇ ਜੀਵਨ ਦੇ ਵਿੱਚੋਂ ਤੁਸੀਂ ਕੁਝ ਸਿੱਖ ਕੇ ਨਾ ਗਏ, ਵੇਖੋ ਪ੍ਰਬੰਧਕ ਆਏ ਸਾਲ ਇਹ ਮਹਾਨ ਯਤਨ ਕਰਦੇ ਨੇ, ਏਡੀ ਮਾਇਆ ਵੀ ਖਰਚਦੇ ਨੇ। ਤੁਸੀਂ ਵੀ ਆਪਣੇ ਮਾਇਆ ਦੇ ਹਿੱਸੇ ਪਾਉਂਦੇ ਹੋ। ਤੇ ਜੇ ਤੁਸੀਂ ਉਸ ਸ਼ਰਧਾ ਦੇ ਅਧੀਨ ਆਪਣੇ ਘਰਾਂ ਦੇ ਵਿੱਚ ਭਗਤ ਜੀ ਦੀ ਉਹ ਮਹਾਨ ਬਾਣੀ ਪੜਨ ਦਾ ਨਿਤਨੇਮ ਨਾ ਬਣਾਇਆ, ਤੇ ਸਾਧ ਸੰਗਤ ਆ ਸਾਰੇ ਉਪਰਾਲੇ ਅਸਫਲ ਹੋ ਜਾਣੇ ਨੇ। ਭਗਤ ਰਵਿਦਾਸ ਜੀ ਮਹਾਰਾਜ ਦੀ ਸੋਭਾ ਵੇਖੋ, ਗੁਲਾਬ ਦਾ ਫੁੱਲ ਖਿੜਿਆ ਹੋਵੇ ਤੇ ਹੋ ਸਕਦਾ ਵੀ ਕੋਲੋਂ ਲੰਘਣ ਵਾਲੇ ਨੂੰ ਉਹਦੀ ਖੁਸ਼ਬੂ ਨਾ ਆਏ। ਭਗਤ ਰਵਿਦਾਸ ਜੀ ਦੇ ਜੀਵਨ ਦੀ ਮਹਿਕ ਚੌਕੁੰਟਾਂ ਦੇ ਵਿੱਚ ਮਹਿਕ ਫੈਲਦੀ ਜਾ ਰਹੀ ਹੈ। ਤੇ ਮਹਿਕ ਗੁਣਾਂ ਦੀ ਫੈਲਦਿਆਂ ਰਾਜੇ ਮਹਾਰਾਜਿਆਂ ਦੇ ਕੋਲ ਗਈ। ਉਹਨਾਂ ਦੇ ਗੁਣਾਂ ਦੀ ਮਹਿਕ ਜਦੋਂ ਫੈਲੀ ਤੇ ਦੂਰ ਦੂਰ ਤੱਕ ਉਹਨਾਂ ਦੀ ਸੋਭਾ ਹੋਈ। ਤੇ ਉਹ ਸੋਭਾ ਜਦੋਂ ਫੈਲਦੀ ਹੈ ਤੇ ਦੁਨੀਆ ਦੇ ਪਖੰਡੀ ਲੋਕਾਂ ਨੂੰ ਫਿਕਰ ਪੈਂਦਾ ਵੀ ਸਾਡੇ ਹੁੰਦਿਆਂ ਜੇ ਧਰਮ ਦੀ ਕਮਾਈ ਕਰਨ ਵਾਲੇ ਬੰਦੇ ਦੀ ਸੋਭਾ ਐਵੇਂ ਫੈਲ ਗਈ ਨਾ, ਤੇ ਸਾਨੂੰ ਕਿਸੇ ਨਹੀਂ ਪੁੱਛਣਾ। ਇਹ ਫਿਕਰ ਦੋ ਬੰਦਿਆਂ ਨੂੰ ਪੈਂਦਾ। ਇੱਕ ਫਿਕਰ ਪੈਂਦਾ ਧਰਮ ਦੇ ਖੌਤੀ ਠੇਕੇਦਾਰਾਂ ਨੂੰ, ਇੱਕ ਫਿਕਰ ਪੈਂਦਾ ਸਿਆਸਤਦਾਨਾਂ ਨੂੰ। ਇਹ ਸੱਚ ਤੋਂ ਦੋਵੇਂ ਧਿਰਾਂ ਬੜੀਆਂ ਡਰਦੀਆਂ ਨੇ। ਧਰਮ ਦੇ ਠੇਕੇਦਾਰ ਇਸ ਲਈ ਡਰਦੇ ਨੇ ਵੀ ਇਹਨੇ ਪ੍ਰਚਾਰ ਕਰਨਾ ਸੱਚ ਦਾ ਤੇ ਅਸੀਂ ਫੈਲਾਉਣਾ ਪਖੰਡ। ਰਾਜਨੀਤਿਕ ਬੰਦਿਆਂ ਨੂੰ ਫਿਕਰ ਇਹ ਪੈ ਜਾਂਦਾ ਵੀ ਜੇ ਸੱਚ ਦੀ ਆਵਾਜ਼ ਇੰਨੀ ਬੁਲੰਦ ਹੋ ਗਈ, ਹੁਣ ਜਾਂ ਤੇ ਇਹਦੇ ਪੈਰੀਂ ਪੈ ਕੇ ਆਪਾਂ ਸਰੋਪਾ ਲੈ ਲਈਏ, ਬਖਸ਼ਿਸ਼ਾਂ ਲੈ ਲਈਏ, ਤੇ ਜਾਂ ਫਿਰ ਇੱਥੇ ਆਉਣਾ ਲੋਕਾਂ ਦਾ ਬੰਦ ਕਰਾ ਦਈਏ, ਨਹੀਂ ਸਾਡਾ ਤੇ ਇਹਨੇ ਕੰਮ ਦੁੱਭਰ ਕਰ ਦੇਣਾ। ਇਹ ਦੋਏ ਧਿਰਾਂ ਸਮਾਜ ਨੂੰ ਲੁੱਟਣ ਵਾਲੀਆਂ ਨੇ। ਜਦੋਂ ਭਗਤ ਰਵਿਦਾਸ ਜੀ ਦੀ ਸੋਭਾ ਫੈਲੀ, ਸਾਧ ਸੰਗਤ ਇਹ ਦੋਵੇਂ ਧਿਰਾਂ ਹਰਕਤ ਵਿੱਚ ਆਈਆਂ।
ਹੁਣ ਸਭ ਤੋਂ ਪਹਿਲਾਂ ਪਖੰਡੀ ਧਿਰ ਕਾਂਛੀ ਦੇ ਵਿੱਚ ਵੇਖੋ ਬ੍ਰਾਹਮਣ ਤੇ ਪੰਡਤ ਦੇ ਵਿੱਚ ਫਰਕ ਹੈ ਜੀ, ਇਹਨਾਂ ਨੂੰ ਇੱਕੋ ਜਿਹਾ ਨਾ ਸਮਝ ਲੈਣਾ। ਬ੍ਰਾਹਮਣ ਇੱਕ ਬਰਾਦਰੀ ਹੈ ਤੇ ਪੰਡਤ ਉਹ ਹੈ ਜਿਹੜਾ ਵੇਦਾਂ ਦਾ ਪਠਨ ਕਰਦਾ ਹੈ। ਪੰਡਤ ਕਹਿੰਦਾ ਸੀ ਮੈਂ ਵੇਦ ਜਾਣਦਾ ਤੇ ਜਨਮ ਮੇਰਾ ਬ੍ਰਾਹਮਣਾਂ ਦੀ ਕੁੱਲ ਦੇ ਵਿੱਚ ਹੋਇਆ ਹੈ, ਇਸ ਲਈ ਮੇਰੀ ਪੂਜਾ ਹੋਣੀ ਚਾਹੀਦੀ। ਜੇ ਬਾਣੀ ਤੋਂ ਪੁੱਛੋ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰਾ ਹੈ। ਮਹਾਰਾਜ ਕਹਿੰਦੇ ਮੈਂ ਵੀ ਤੇ ਬ੍ਰਾਹਮਣ ਪੈਦਾ ਕੀਤੇ ਨੇ, ਪਰ ਬ੍ਰਾਹਮਣ ਉਹ ਹੈ ਜਿਹਦੇ ਪੱਲੇ ਬ੍ਰਹਮ ਦੀ ਵਿਚਾਰ ਹੈ। ਤੇ ਬ੍ਰਹਮ ਕਿੱਥੇ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬ੍ਰਹਮ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਰੇ ਭੁਲੇਖਾ ਨਾ ਰੱਖਿਓ, ਲੋਕ ਜਾਣੇ ਇਹ ਗੀਤ ਹੈ, ਇਹ ਹੈ ਤੋ ਬ੍ਰਹਮ ਵਿਚਾਰ। ਦੁਨੀਆ ਦੇ ਲੋਕੋ, ਇਹ ਕਿਸੇ ਕਵੀ ਦੀ ਕਲਮ ਤੋਂ ਨਿਕਲਿਆ ਹੋਇਆ ਗੀਤ ਨਹੀਂ, ਇਹ ਬ੍ਰਹਮ ਦੀ ਵਿਚਾਰ ਹੈ। ਸਾਧ ਸੰਗਤ, ਜਦੋਂ ਇਹ ਸੋਭਾ ਫੈਲੀ ਹੈ ਨਾ, ਭਗਤ ਰਵਿਦਾਸ ਜੀ ਮਹਾਰਾਜ ਬਾਰੇ ਇਹ ਪੰਡਤਾਂ ਨੇ ਆਪਸ ਵਿੱਚ ਮੀਟਿੰਗ ਕੀਤੀ ਬਈ ਜੇ ਇਹ ਬੰਦੇ ਦੇ ਸੱਚ ਦਾ ਪ੍ਰਚਾਰ ਕਿਸੇ ਤਰੀਕੇ ਰੋਕ ਕੇ ਇਹਨੂੰ ਆਪਣੇ ਨਾਲ ਨਾ ਰਲਾਇਆ ਤੇ ਆਪਾਂ ਜਿਹੜੀ ਠਾਕੁਰਾਂ ਦੀ ਪੂਜਾ ਕਰਕੇ ਠਾਕੁਰਾਂ ਦੀ ਦਹਾਈ ਦੇ ਕੇ ਦੁਨੀਆ ਨੂੰ ਲੁੱਟਣ ਲੱਗਿਆ, ਇਹ ਕੰਮ ਸਾਡਾ ਕਾਮਯਾਬ ਨਹੀਂ ਹੋਣਾ। ਤੇ ਉਹਨਾਂ ਕੀਤਾ ਕੀ? ਸੱਚ ਦੇ ਮਾਰਗ ਤੇ ਤੁਰਨ ਵਾਲੇ ਬੰਦੇ ਨੂੰ ਟਲਾਉਣ ਵਾਸਤੇ ਕਰਦੀਆਂ ਕੀ ਨੇ ਇਹ ਹਕੂਮਤਾਂ ਤੇ ਧਰਮ ਦੇ ਠੇਕੇਦਾਰ? ਇਹਨਾਂ ਕੋਲੇ ਦੋ ਹੀ ਤਰੀਕੇ ਨੇ। ਇੱਕ ਤਰੀਕਾ ਹੈ ਇਹਨਾਂ ਨੂੰ ਡਰ ਦਿੱਤਾ ਜਾਏ ਤੇ ਦੂਜਾ ਤਰੀਕਾ ਇਹਨਾਂ ਨੂੰ ਲਾਲਚ ਦਿੱਤਾ ਜਾਏ। ਲਾਲਚ ਦੇ ਕੇ ਦੇਖ ਲਓ, ਜੇ ਲਾਲਚ ਦੇ ਨਾਲ ਕਾਬੂ ਆਉਂਦੇ ਨੇ ਤੇ ਠੀਕ ਆ, ਨਹੀਂ ਤੇ ਫਿਰ ਇਹਨਾਂ ਨੂੰ ਡਰ ਦਿਓ, ਜੇ ਡਰਦੇ ਵੀ ਨਹੀਂ ਤੇ ਇਹਨਾਂ ਨੂੰ ਸ਼ਹੀਦ ਕਰ ਦਿਓ। ਇਹ ਤਿੰਨੇ ਤਰੀਕੇ ਭਗਤ ਰਵਿਦਾਸ ਜੀ ਉੱਤੇ ਲਾਗੂ ਕੀਤੇ ਗਏ ਨੇ। ਇਹ ਤਿੰਨੇ ਹੀ ਤਰੀਕੇ ਸਾਹਿਬਜ਼ਾਦਿਆਂ ਤੇ ਲਾਗੂ ਕੀਤੇ ਗਏ। ਇਹ ਤਿੰਨੇ ਹੀ ਤਰੀਕੇ ਸ਼ਾਹਬਾਜ਼ ਸਿੰਘ ਸੁਬੇਗ ਸਿੰਘ ਵਰਗੇ ਸ਼ਹੀਦਾਂ ਤੇ ਕੀਤੇ ਗਏ ਤੇ ਇਹ ਤਿੰਨੇ ਹੀ ਤਰੀਕੇ ਲਾਗੂ ਕੀਤੇ ਗਏ ਨੇ ਭਗਤ ਰਵਿਦਾਸ ਜੀ ਤੇ। ਤੇ ਪਹਿਲਾ ਜਿਹੜਾ ਨੁਕਤਾ ਵਰਤਿਆ ਲਾਲਚ ਦਿਓ, ਉਹ ਸਾਖੀ ਵੇਖੋ ਆਪਣੇ ਆਪਣੇ ਤਰੀਕਿਆਂ ਨਾਲ ਲਿਖੀ ਗਈ ਹੈ। ਕਿਸੇ ਨੇ ਲਿਖਿਆ ਕੋਈ ਫਕੀਰ ਗਿਆ, ਕਿਸੇ ਨੇ ਲਿਖਿਆ ਕੋਈ ਪੰਡਤ ਗਿਆ ਤੇ ਭਗਤ ਰਵਿਦਾਸ ਜੀ ਨੂੰ ਕਹਿੰਦਾ ਆ ਪਾਰਸ ਲੈ ਲਾ ਭਗਤ ਜੀ, ਕਾਹਦੇ ਲਈ? ਜੁੱਤੀਆਂ ਗੰਢਦਾ, ਆ ਲੋਹੇ ਨੂੰ ਲਾ ਦੇਈ ਤੇ ਉਹਨੇ ਸੋਨਾ ਬਣ ਜਾਣਾ, ਸਾਡੇ ਨਾਲ ਸਾਡੇ ਵਰਗਾ ਬਣ, ਤੇਰੀ ਪੂਜਾ ਹੋਵੇਗੀ। ਉਹ ਰਿਸ਼ਵਤ ਦੇ ਰੂਪ ਵਿੱਚ ਕੋਈ ਨਾ ਕੋਈ ਏਦਾਂ ਦੀ ਵਸਤੂ ਲੈ ਕੇ ਆਇਆ ਤੇ ਭਗਤ ਜੀ ਕਹਿੰਦੇ ਲਿਆਈਆਂ ਆ ਤੇ ਤੈਨੂੰ ਮੋੜਨਾ ਕਾਹਦੇ ਲਈ ਆ? ਉਹ ਸਾਹਮਣੇ ਆਲੇ ਦੇ ਵਿੱਚ ਰੱਖ ਦੇ। ਉਹਨੇ ਰੱਖ ਦਿੱਤਾ। ਹੁਣ ਉਹਨੇ ਕਿਹਾ ਵੀ ਮੈਂ ਆਪਣਾ ਕੰਮ ਕਰਿਆ ਆ ਤੇ ਹੁਣ ਇੱਕ ਕੀਮਤੀ ਵਸਤੂ ਦਾ ਲਾਭ ਉਠਾ ਕੇ ਛਪਰੀ ਦਾ ਬਣਾਊਗਾ ਮਹੱਲ ਤੇ ਜੁੱਤੀਆਂ ਨਹੀਂ ਗੰਢਦਾ, ਫਿਰ ਇਹ ਕਿਰਤ ਦੀ ਗੱਲ ਨਹੀਂ ਕਰਦਾ, ਇਹ ਵੀ ਸਾਡੇ ਵਾਂਗੂ ਪਖੰਡੀ ਬਣ ਜਾਏਗਾ। ਪਰ ਸਾਧ ਸੰਗਤ ਸਮਾਂ ਬੀਤਿਆ ਤੇ ਭਗਤ ਰਵਿਦਾਸ ਜੀ ਵੱਲ ਹੁਣ ਨਿਗਾਹ ਰੱਖੀ ਜਾ ਰਹੀ ਸੀ ਵੀ ਇਹ ਕੀ ਕਰਦਾ, ਉਸ ਪਾਰਸ ਦੇ ਨਾਲ ਵਰਤਦਾ ਕਿ ਉਂਝ ਹੀ ਪਿਆਰ ਰਹਿੰਦਾ। ਭਗਤ ਰਵਿਦਾਸ ਜੀ ਮਹੀਨਿਆਂ ਬੱਧੀ ਆਪਣੀ ਕਿਰਤ ਨੂੰ ਜਾਰੀ ਰੱਖਦੇ ਨੇ। ਵੇਖੋ ਬੰਦੇ ਨੂੰ ਆਪਣੀ ਕਿਰਤ ਕਦੇ ਲੁਕਾਉਣੀ ਨਹੀਂ ਚਾਹੀਦੀ, ਕਿਰਤ ਕੋਈ ਮਾੜੀ ਨਹੀਂ ਹੁੰਦੀ। ਸਾਡਾ ਇਹ ਸੁਭਾਅ ਹੈ ਬਈ ਜੇ ਤੇ ਭਾਰਤ ਦੇ ਪੰਜਾਬ ਦੇ ਵਿੱਚ ਕੰਮ ਕਰਦੇ ਆਂ, ਅਸੀਂ ਆਪਣਾ ਕਿੱਤਾ ਦੱਸਣ ਤੋਂ ਸ਼ਰਮ ਖਾਂਦੇ ਆ। ਮੈਂ ਨਾ ਅੱਜ ਬਿਹਾਰੀ ਬੰਦਿਆਂ ਨੇ ਰੇੜੀਆਂ ਲਾ ਲਾ ਕੇ ਜਿੰਨੀ ਕਮਾਈ ਕਰ ਲਈ ਨਾ, ਜੇ ਕਿਤੇ ਪੰਜਾਬ ਦੇ ਪੁੱਤ ਕਿਰਤ ਨੂੰ ਕਿਰਤ ਸਮਝਦੇ ਹੁੰਦੇ ਤੇ ਕੋਈ ਭੁੱਖਾ ਨਾ ਮਰਦਾ। ਅਸੀਂ ਕਹਿੰਦੇ ਆ ਵੀ ਅਸੀਂ ਪੰਜਾਬੀ, ਅਸੀਂ ਰੇੜੀ ਲਾਈਏ, ਉਹਨਾਂ ਰੇੜੀਆਂ ਤੋਂ ਇੰਨੀ ਕਮਾਈ ਕੀਤੀ, ਅੱਜ ਵੱਡੇ ਵੱਡੇ ਸ਼ੋਰੂਮਾਂ ਦੇ ਮਾਲਕ ਨੇ ਉਹ ਪ੍ਰਵਾਸੀ ਬੰਦੇ। ਹੁਣ ਬਾਹਰਲੇ ਦੇਸ਼ ਵਿੱਚ ਬੰਦਾ ਨਾਲੀ ਸਾਫ਼ ਕਰਕੇ ਆਏ, ਉਹ ਕਹਿੰਦਾ ਮੈਂ ਜੌਬ ਤੋਂ ਆਇਆ, ਉੱਥੇ ਕਹਿੰਦਾ ਮੈਂ ਜੌਬ ਤੋਂ, ਮੈਂ ਡਿਊਟੀ ਤੋਂ ਆਇਆ, ਭਾਵੇਂ ਪਖਾਨਾ ਸਾਫ਼ ਕਰਕੇ ਆਇਆ ਹੋਵੇ, ਪਰ ਇੱਥੇ ਕਿਤੇ ਰੇੜੀ ਲਾ ਕੇ ਹੱਥੀਂ ਕਿਰਤ ਕਰਕੇ ਕੋਈ ਮਾਣਯੋਗ ਕੰਮ ਵੀ ਕਰਦਾ ਹੋਵੇ ਨਾ, ਬੰਦਾ ਕਹਿੰਦਾ ਬਈ ਸਾਨੂੰ ਤੇ ਸ਼ਰਮ ਆਉਂਦੀ ਹੈ। ਨਹੀਂ, ਕਿਰਤ ਦੀ ਸ਼ਰਮ ਨਹੀਂ ਆਉਂਦੀ। ਭਗਤ ਰਵਿਦਾਸ ਜੀ ਨੇ ਥਾਂ ਥਾਂ ਤੇ ਆਪਣੀ ਕਿਰਤ ਦਾ ਜ਼ਿਕਰ ਕੀਤਾ। ਉਹ ਦੁਨੀਆ ਦੇ ਲੋਕੋ, ਕਿਰਤ ਨੂੰ ਪਿਆਰ ਕਰਿਓ,
ਕਿਰਤ ਨੂੰ ਪਿਆਰ ਕਰਿਓ ਤੇ ਕਿਰਤ ਨੂੰ ਪਿਆਰ ਕਰਨ ਵਾਲੇ ਭਗਤ ਰਵਿਦਾਸ ਜੀ ਦੇ ਕੋਲ ਜਦੋਂ ਸਮਾਂ ਸਾਲ ਕਢਾਉਣ ਲੱਗਾ ਨਾ, ਉਹੀ ਪੰਡਤ ਆ ਕੇ ਕਹਿੰਦਾ ਪੁੱਛੀਏ ਤੇ ਸਹੀ ਉਹਨੇ ਪਾਰਸ ਦਾ ਕੀਤਾ ਕੀ। ਉਹ ਆ ਕੇ ਕਹਿੰਦਾ ਭਗਤ ਜੀ ਅਸੀਂ ਤੁਹਾਨੂੰ ਬੜੀ ਕੀਮਤੀ ਵਸਤੂ ਦੇ ਕੇ ਗਏ ਸੀ। ਭਗਤ ਜੀ ਕਹਿੰਦੇ ਅੱਛਾ। ਕਹਿੰਦਾ ਹਾਂਜੀ। ਭਗਤ ਜੀ ਕਹਿੰਦੇ ਰੱਖੀ ਕਿੱਥੇ ਸੀ? ਕਹਿੰਦਾ ਜੀ ਉਹ ਆਲੇ ਵੱਲ ਤੁਸੀਂ ਇਸ਼ਾਰਾ ਕੀਤਾ ਸੀ, ਮੈਂ ਉੱਥੇ ਹੀ ਧਰਤੀ। ਕਹਿੰਦੇ ਜਾ ਫਿਰ ਉੱਥੋਂ ਹੀ ਚੱਕ ਲਾ। ਹੈਰਾਨ ਹੋ ਗਿਆ ਪੰਡਤ ਵੀ ਇੰਨਾ ਸਮਾਂ ਪਹਿਲਾਂ ਏਡਾ ਵੱਡਾ ਧਨ ਮੈਂ ਜਿੱਥੇ ਰੱਖਿਆ ਮੈਂ ਉੱਥੋਂ ਹੀ ਚੱਕ ਰਿਹਾ। ਇਹ ਕੌਣ ਰੂਹ ਹੈ ਮਾਤ ਲੋਕ ਤੇ ਆਈ? ਇਹ ਕੋਈ ਆਮ ਬੰਦਾ ਨਹੀਂ, ਇਹ ਕੋਈ ਮਹਾਨ ਪੈਗੰਬਰ ਹੈ। ਉਹ ਹੈਰਾਨੀ ਭਰੇ ਭਾਵਾਂ ਨੂੰ ਆ ਕਵਿਤਾ ਦੇ ਰੂਪ ਵਿੱਚ ਬੱਚੇ ਸਰਵਣ ਕਰਾਉਣ ਜਾ ਰਹੇ ਨੇ ਜੀ। ਰਵਿਦਾਸ ਪਾਰਸ਼ਾਂ ਨੂੰ ਨਹੀਂ ਲੋੜਦਾ, ਇਉਂ ਬੇਨਤੀ ਕੀਤੀ ਜਾ ਰਹੀ।
ਜਿੱਥੇ ਰੱਖਿਆ ਪੰਡਤ ਜੀ ਚੱਕ ਲੋ ਰਵਿਦਾਸ, ਨਹੀਂ ਉਹ ਪਾਰਸਾਂ ਨੂੰ ਲੋੜਦਾ। ਹੁਣ ਲਾਲਚ ਦੇਣ ਵਾਲਾ ਤਰੀਕਾ ਉਹਨਾਂ ਪੰਡਤਾਂ ਦਾ ਕਾਮਯਾਬ ਨਹੀਂ ਹੋਇਆ। ਬਈ ਲਾਲਚ ਦੇ ਕੇ ਭਗਤ ਜੀ ਨੂੰ ਆਪਣੇ ਵਰਗਾ ਬਣਾ ਲਵਾਂਗੇ, ਅਸੀਂ ਵੀ ਪੱਥਰ ਪੂਜਦੇ ਆਏ, ਵੀ ਪੱਥਰ ਪੂਜਣ ਲੱਗ ਪਏ। ਹੁਣ ਗੁਰਬਾਣੀ ਵਿੱਚ ਉਹਨਾਂ ਦੀ ਬਾਣੀ ਵਿੱਚ ਪੱਥਰ ਪੂਜਾ ਦਾ ਵਿਰੋਧ ਹੈ। ਵਿਰੋਧ ਪਤਾ ਕਿਉਂ ਹੈ? ਵਿਰੋਧ ਇਸ ਲਈ ਹੈ ਕਿਉਂਕਿ ਪੱਥਰ ਬੋਲਦਾ ਨਹੀਂ। ਪੱਥਰ ਤਾਂ ਵਿਖਾਉਣਾ ਹੈ ਤੇ ਬੋਲਣਾ ਤਾਂ ਪੰਡਤ ਨੇ ਆ। ਉਹ ਦੱਸਦਾ ਵੀ ਭਗਵਾਨ ਜੀ ਆ ਮੰਗਦੇ ਆ, ਲਿਆਓ ਖੀਰ ਦੀ ਬਾਲਟੀ ਭਰ ਕੇ, ਖਾਣੀ ਤਾਂ ਮੈਂ ਆ ਨਾ। ਕਹਿ ਦਿਓ ਭਗਵਾਨ ਮੰਗਦੇ ਨੇ। ਤੇ ਬਾਣੀ ਚ ਉਹਨਾਂ ਨੇ ਲਿਖਤਾ ਭਾਂਤ ਪੈਤ ਅਰਲਾਪਸੀ ਕਰਕਰਾ ਕਸਾਰ, ਭੋਗਣ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਛਾਰ। ਕਹਿੰਦੇ ਖਾਣ ਵਾਲੇ ਖਾ ਗਏ ਤੇ ਮੂਰਤੀ ਦੇ ਮੂੰਹ ਨੂੰ ਰਾਤ ਨੂੰ ਸਵਾਹ ਲਾਤੀ ਵੀ ਕਿਤੇ ਕੀੜੀਆਂ ਨਾ ਚੜ ਜਾਣ। ਭੋਗਣ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਛਾਰ। ਉਹਦੇ ਖਾਣ ਵਾਲਾ ਖਾ ਗਿਆ, ਮੂਰਤੀ ਨੂੰ ਤੇ ਉਦਾਂ ਹੀ ਲਾਉਂਦਾ ਸੀ ਨਾ, ਉਹ ਫਿਕਰ ਪੈ ਗਿਆ ਵੀ ਕਿਤੇ ਕੀੜੀਆਂ ਨਾ ਚੜ ਜਾਣ। ਭਗਤ ਜੀ ਨੇ ਆਖਿਆ ਮੇਰਾ ਠਾਕੁਰ ਪੱਥਰ ਨਹੀਂ ਹੈ। ਹੁਣ ਜਦੋਂ ਉਹਨਾਂ ਦੇ ਬਚਨਾਂ ਦੀ ਸੋਭਾ ਫੈਲੀ, ਦੋ ਰਾਣੀਆਂ ਦਾ ਜ਼ਿਕਰ ਆਉਂਦਾ ਉਹਨਾਂ ਦੇ ਇਤਿਹਾਸ ਵਿੱਚ ਜਿਨ੍ਹਾਂ ਨੇ ਉਹਨਾਂ ਤੋਂ ਨਾਮਦਾਨ ਲਿਆ। ਇੱਕ ਹੈ ਮੀਰਾ ਬਾਈ ਤੇ ਦੂਜੀ ਹੈ ਝਾਲਾ ਬਾਈ। ਵੈਸੇ ਉਹਨਾਂ ਤੋਂ ਗੁਰ ਦੀਖਿਆ ਲੈਣ ਵਾਲਿਆਂ ਦੇ ਵਿੱਚ ਭਗਤ ਪੀਪਾ ਜੀ ਦਾ ਵੀ ਜ਼ਿਕਰ ਆਉਂਦਾ ਹੈ। ਉਹਨਾਂ ਨੇ ਭਗਤੀ ਦੀ ਦਾਤ ਪ੍ਰੇਮਾ ਭਗਤੀ ਭਗਤ ਰਵਿਦਾਸ ਜੀ ਕੋਲੋਂ ਲਈ ਹੈ, ਕਿਉਂਕਿ ਭਗਤ ਪੀਪਾ ਜੀ ਵੀ ਇੱਕ ਰਿਆਸਤ ਦੇ ਰਾਜੇ ਸਨ। ਸਾਧ ਸੰਗਤ ਹੁਣ ਜਦੋਂ ਸੋਭਾ ਫੈਲੀ ਤੇ ਮੀਰਾ ਬਾਈ ਇਹ ਵੈਸੇ ਰਾਜ ਘਰਾਣੇ ਨਾਲ ਸੰਬੰਧਿਤ ਹੈ। ਬਚਪਨ 'ਚ ਇਹਦਾ ਪਿਤਾ ਚੜ੍ਹਾਈ ਕਰ ਗਿਆ, ਦਾਦੇ ਨੇ ਪਾਲਿਆ, ਇਹਦੀ ਸ਼ਾਦੀ ਕੀਤੀ, ਇਹਦਾ ਪਤੀ ਵੀ ਚੜ੍ਹਾਈ ਕਰ ਗਿਆ। ਜਿਹਦੇ ਤੋਂ ਬਿਕਰਮੀ ਸਮਤ ਤੁਰਿਆ ਨਾ, ਉਹ ਰਾਜਾ ਬਿਕਰਮਾਜੀਤ ਦੇ ਰਾਜ ਦੇ ਵਿੱਚ ਰਹੀ ਹੈ, ਪਰ ਇੰਨੀ ਉਪਰਾਮ ਹੋ ਗਈ। ਇਹ ਪਹਿਲਾਂ ਕ੍ਰਿਸ਼ਨ ਦੀ ਉਪਾਸ਼ਕ ਸੀ, ਮੂਰਤੀ ਪੂਜਾ ਕਰਦੀ ਸੀ, ਪਰ ਇਤਿਹਾਸ ਕਹਿੰਦਾ ਇਹਨੇ ਮੂਰਤੀ ਪੂਜਾ ਛੱਡ ਦਿੱਤੀ ਜਦੋਂ ਭਗਤ ਰਵਿਦਾਸ ਜੀ ਦੇ ਬੋਲਾਂ ਨੂੰ ਪੜ੍ਹਿਆ। ਤੁਸੀਂ ਵੀ ਪੜੋ, ਸਾਡਾ ਬੱਚਾ ਮੂਰਤੀ ਨੂੰ ਮੱਥਾ ਟੇਕ ਕੇ ਨਾ ਘਰ ਤੋਂ ਜਾਵੇ। ਵੀ ਹੋ ਗਈ ਅਰਦਾਸ, ਬਾਣੀ ਪੜ੍ਹ ਕੇ ਅਰਦਾਸ ਕਰਕੇ ਜਾਵੇ। ਸਿੱਖ ਦੀ ਅਰਦਾਸ ਬਾਣੀ ਅੱਗੇ ਹੈ। ਤੇ ਇਹ ਗੱਲਾਂ ਛੱਡ ਦਿਓ ਵੀ ਫਲਾਣੀ ਜਗ੍ਹਾ ਦੇ ਵਿੱਚ ਬੜੀ ਤਾਕਤ ਹੈ। ਮੈਂ ਰਾਤ ਵੀ ਬੇਨਤੀ ਕੀਤੀ ਸੀ, ਜਗ੍ਹਾ 'ਚ ਤਾਕਤ ਨਹੀਂ ਹੁੰਦੀ, ਜਗ੍ਹਾ ਦੇ ਵਿੱਚ ਹੀ ਤਾਕਤ ਹੈ। ਤੁਸੀਂ ਜਗ੍ਹਾ ਰੱਖ ਲਓ, ਗੁਰੂ ਗ੍ਰੰਥ ਸਾਹਿਬ ਦੀ ਲੋੜ ਹੀ ਨਹੀਂ। ਤਾਕਤ ਜਗ੍ਹਾ ਦੇ ਵਿੱਚ ਨਹੀਂ ਹੁੰਦੀ, ਤਾਕਤ ਬਾਣੀ 'ਚ ਹੋਇਆ ਕਰਦੀ ਹੈ। ਸਾਧ ਸੰਗਤ ਇਸ ਬਾਣੀ ਨੇ ਜੀਵਨ ਬਦਲਿਆ ਮੀਰਾ ਬਾਈ ਦਾ। ਅਸੀਂ ਸਾਖੀ ਕਾਹਦੇ ਲਈ ਸੁਣਾਉਂਦੇ ਆ? ਸਾਡਾ ਜੀਵਨ ਵੀ ਬਦਲ ਜਾਏ। ਅਸੀਂ ਮੂਰਤੀਆਂ 'ਚੋਂ ਰੱਬ ਨਾ ਲੱਭੀਏ, ਅਸੀਂ ਗੁਰਬਾਣੀ 'ਚੋਂ ਰੱਬ ਲੱਭੀਏ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਏ। ਮੀਰਾ ਬਾਈ ਨੇ ਗੁਰ ਦੀਖਿਆ ਲਈ ਜੀਵਨ ਸਫਲ ਕੀਤਾ। ਤੇ ਦੂਜੀ ਰਾਣੀ ਦਾ ਜ਼ਿਕਰ ਹੈ ਝਾਲਾ ਬਾਈ। ਇਹ ਝਾਲਾ ਬਾਈ ਰਾਜ ਘਰਾਣੇ ਨਾਲ ਸੰਬੰਧਿਤ ਹੈ, ਰਾਜੇ ਦੀ ਪਤਨੀ ਹੈ। ਇਹਨੇ ਆਪਣੇ ਪਤੀ ਰਾਜੇ ਨੂੰ ਬੇਨਤੀ ਕੀਤੀ, ਸਵਾਮੀ ਮੈਂ ਭਗਤ ਰਵਿਦਾਸ ਦੀ ਸੋਭਾ ਬੜੀ ਸੁਣੀ ਹੈ ਤੇ ਮੇਰਾ ਚਿੱਤ ਕਰਦਾ ਹੈ ਮੈਂ ਉਹਨਾਂ ਕੋਲ ਜਾਵਾਂ, ਉਹਨਾਂ ਦੇ ਦਰਸ਼ਨ ਕਰਾਂ, ਉਹਨਾਂ ਤੋਂ ਨਾਮ ਦਾ ਕਿਣਕਾ ਲੈ ਲਵਾਂ। ਰਾਜੇ ਨੇ ਕਿਹਾ ਬਈ ਬਨਾਰਸ ਆਪਾਂ ਜਾਣੇ ਆ ਤੇ ਪੰਡਤਾਂ ਕੋਲ ਜਾਣੇ ਆ, ਠਾਕੁਰਾਂ ਦੀ ਪੂਜਾ ਪੰਡਤ ਕਰਦੇ ਨੇ, ਰੱਬ ਤੇ ਪੰਡਤਾਂ ਦੇ ਕੋਲ ਹੈ। ਹੁਣ ਸਿਆਣੀ ਰਾਣੀ ਨੇ ਰਾਜੇ ਨੂੰ ਸਮਝਾਇਆ, ਰਾਜਾ ਤੂੰ ਜਿਹੜੇ ਪੰਡਤਾਂ ਦੀ ਗੱਲ ਕਰਦਾ ਨਾ, ਇਹਨਾਂ ਨੇ ਕਾਂਸ਼ੀ ਦੇ ਵਿੱਚ ਆਰਾ ਲਾਇਆ। ਆਰਾ ਇਹ ਦੁਨੀਆ ਨੂੰ ਭਰਮ ਚ ਪਾਉਂਦੇ ਨੇ ਵੀ ਐਸ ਆਰੇ ਥੱਲੇ ਆ ਕੇ ਚਿਰ ਜਾਓ ਤੇ ਸਾਰਾ ਕੁਝ ਆਪਣਾ ਜੋੜਿਆ ਸਾਨੂੰ ਦੇ ਜਾਓ, ਤੁਹਾਨੂੰ ਮੁਕਤੀ ਮਿਲ ਜਾਣੀ ਹੈ। ਰਾਜਾ ਇਹ ਪੰਡਤ ਠੱਗੀ ਜਾਲ ਹੈ, ਤੂੰ ਮੇਰੀ ਮੰਨ, ਮੈਨੂੰ ਦਰਸ਼ਨ ਕਰਵਾ ਦੇ ਭਗਤ ਰਵਿਦਾਸ ਜੀ ਦੇ।
ਹੁਣ ਪਤਨੀ ਦੀ ਗੱਲ ਮੋੜ ਨਾ ਸਕਿਆ, ਪਤਨੀ ਦੀ ਗੱਲ ਨੂੰ ਜਵਾਬ ਨਾ ਦੇ ਸਕਿਆ। ਕਹਿੰਦਾ ਚੱਲ ਫਿਰ। ਹਾਥੀਆਂ ਤੇ ਸਵਾਰ ਹੋਏ, ਨਾਲ ਘੋੜ ਸਵਾਰ ਪੈਦਲ ਫੌਜ, ਪਹਿਰੇਦਾਰਾਂ ਨੂੰ ਨਾਲ ਲੈ ਕੇ ਹੁਣ ਬਨਾਰਸ ਦੀ ਧਰਤੀ ਦੇ ਉੱਤੇ ਰਾਣੀ ਨੇ ਐਂਟਰੀ ਮਾਰੀ। ਪੰਡਤਾਂ ਨੂੰ ਪਤਾ ਲੱਗ ਗਿਆ ਬਈ ਚਤੌੜ ਦੀ ਰਾਣੀ ਆਈ ਹੈ। ਇਹ ਸਾਰੇ ਅੱਗੋਂ ਸਵਾਗਤ ਕਰਨ ਵਾਸਤੇ ਆਏ। ਆ ਜਿੰਨੇ ਪਖੰਡੀ ਨੇ ਨਾ, ਇਹ ਲੀਡਰਾਂ ਦਾ ਸਵਾਗਤ ਬੜਾ ਨਿੱਘਾ ਕਰਦੇ ਨੇ। ਵੇਖੋ ਅੱਜ ਦੇ ਸਮੇਂ ਦੇ ਵਿੱਚ ਭਗਤ ਰਵਿਦਾਸ ਜੀ ਤੇ ਸਾਡੇ ਕੋਲੇ ਮੌਜੂਦ ਨੇ, ਪਰ ਝਾਲਾ ਬਾਈ, ਮੀਰਾ ਬਾਈ ਵਰਗੀ ਸ਼ਰਧਾ ਕਿਸੇ ਵਿਰਲੇ ਦੇ ਅੰਦਰ। ਰੱਬ ਸਾਡੇ ਕੋਲ ਅੱਜ ਵੀ ਹੈ। ਅਸੀਂ ਕਹਿੰਦੇ ਆ ਜੀ ਭੀਲਣੀ ਦੇ ਬੇਰ ਖਾਦੇ ਰਾਮਚੰਦਰ ਨੇ, ਪਰ ਕਿਉਂ ਖਾਦੇ ਪਤਾ ਹੈ? ਜਦ ਪੰਪਾਸਰ ਤੀਰਥ ਤੇ ਰਾਮ ਜੀ ਆਏ ਨੇ ਨਾ, ਉਹ ਜਿਹੜੇ ਆਸ਼ਰਮ ਦੇ ਵਿੱਚ ਜਾਣ, ਉਹ ਪੁੱਛਣ ਭਾਈ ਇਹ ਕਿਹਨਾਂ ਦਾ ਆਸ਼ਰਮ ਹੈ? ਅੰਦਰੋਂ ਆਵਾਜ਼ ਆਵੇ ਜੀ ਜਤੀਓਂ ਦਾ ਆਸ਼ਰਮ ਹੈ। ਰਾਮਚੰਦਰ ਜੀ ਕਹਿੰਦੇ ਆ ਜਾ ਲਛਮਣ, ਇੱਥੇ ਤਾਂ ਬਈ ਜਤੀ ਰਹਿੰਦੇ ਨੇ, ਆਪਾਂ ਗ੍ਰਸਤੀ ਬੰਦਿਆਂ ਮੁੜਿਆ। किसी ने पूछा ये किसका आश्रम है? वो कहते जी त्यागियों का आश्रम है, माया को हाथ नहीं लगाते। अज भी इदां दे त्यागी ने। वो कहते जी साडे महापुरुष माया नूं हथ नहीं लाउंदे। ते फिर बाबा नानक तां थल्ले ही रह गया ना। बाबे नानक ने तां 20 रुपये अपनी भैन तो मंग के लए सी, माया नूं हथ लाता। ये तां बाबे नानक तो भी उत्ते हो गए भाई। गुरमत कहती है माया नूं हथ ला, पर माया नाल चित ना ला। जे तू चित ला लिया ना, माया आऊगी ते तेरे ऊं पैर निकल जाने आ, जाऊगी ते तू फिर निर उत्साहित हो के हौसला हार जाना, डिग पाएगा। माया गई तो रोवन लगता है, आए तो पराए नर। आउंदी है ते बंदा पागल हो जाता माया दे नशे विच, दूजियां दे मोढियां तो दी ठुकदा। पर जदों जांदी है ते रोण लग पैंदा। गुरु साहब कहंदे माया वरतनी है, दे बिना सरना नहीं, पर माया नाल चित ना लाई, चित गुरु दे नाल लाई। हुण पंडित आगे स्वागत करन वास्ते कहंदे राणी आई है, आओ राणी साहिबा, तुहाडे रहण वास्ते आ सराम विच स्पैशल प्रबंध है। आ जिन्ने भी पखंडी ने ना, संगत नूं प्रसादा छकाउणा होवे कहंदे आ बह जाओ पंगतां विच, पर जदों लीडर जांदे ने, वो कहंदे तुहाडे लई जी वखरी रसोई है, तुहाडे लई वखरा प्रसादा। एक गुरु अमरदास है, जिन्हां ने आम संगत जिथे बैठी है ना, जहांगीर बादशाह नूं कहंदे बह नाल। बादशाह फिर की होया? इथे पहला पंगत पाछे संगत, जिथे सारे बैठे ने तेनू नाल ही बहना पैना होएगा। क्या पंडितो तुहानू यही है ना भी पिटावां किते होर ना चलियां जाण, आ पिटावां तुहानू दित्तियां। लो तुसी भी एक हाथी, दो हाथी रख लो, जिन्ना कुछ इन्हां ते लदया। मैं दर्शन करने आ रविदास जी महाराज दे। झालावाड़ दी राणी भगत रविदास जी दी कुली गई। साध संगत ये ओ भगतां दी वडियाई है, ਇਹ ਉਹ ਵਡਿਆਈ ਹੈ ਜਿਹਦੇ ਅੱਗੇ ਰਾਜਿਆਂ ਦੀਆਂ ਕਲਗੀਆਂ ਝੁਕ ਗਈਆਂ, ਜਿਹਦੇ ਅੱਗੇ ਰਾਣੀਆਂ ਨੇ ਮੱਥੇ ਟੇਕੇ। ਸਿਰਫ ਮੱਥੇ ਨਹੀਂ ਟੇਕੇ, ਉਹਨਾਂ ਤੋਂ ਨਾਮਦਾਨ ਲਿਆ। ਮੱਥਾ ਤੇ ਆਪਾਂ ਵੀ ਟੇਕਦੇ ਆਂ, ਪਰ ਗੁਰੂ ਕੋਲੋਂ ਨਾਮ ਕੋਈ ਕੋਈ ਮੰਗਦਾ ਨਾ।
ਬੰਦਗੀ ਕੋਈ ਕੋਈ ਮੰਗਦਾ ਹੈ। ਇਹ ਕੋਈ ਕੋਈ ਮੰਗਦਾ ਵੀ ਪਾਤਸ਼ਾਹ ਅੰਮ੍ਰਿਤ ਵੇਲੇ ਦਾ ਨਿਤਨੇਮ ਬਖਸ਼ੋ, ਇਹ ਤਾਂ ਕੋਈ ਬਿਰਲਾ ਮੰਗਦਾ ਨਾ। ਇਹ ਉਤੋਂ ਉਤੋਂ ਅਰਦਾਸਾਂ ਨੇ ਆਪਣੀਆਂ ਵੀ ਬੱਚੇ ਗੁਰਸਿੱਖ ਬਣ ਜਾਣ। ਅੰਦਰੋਂ ਕਹਿੰਦਾ ਵੀ ਬਾਹਰਲੇ ਦੇਸ਼ ਜ਼ਰੂਰ ਚਲੇ ਜਾਣ, ਗੁਰਸਿੱਖ ਬਣਨ ਚਾਹੇ ਨਾ ਬਣਨ। ਤੇ ਜਿਹੋ ਜੀਆਂ ਮੰਗਦਾ ਉਹੋ ਜੀਆਂ ਹੋਈ ਜਾਂਦੀਆਂ ਨੇ। ਸਤਿਗੁਰ ਤਾਂ ਅੰਦਰ ਪੜ ਲੈਂਦੇ ਆ ਨਾ ਮੇਰਾ, ਵੀ ਅੰਦਰੋਂ ਕਿਵੇਂ ਆਏ। ਅੰਦਰੋਂ ਸਿੱਖੀ ਮੰਗਦਾ ਕਿ ਉੱਪਰੋਂ ਉੱਪਰੋਂ। ਗੁਰੂ ਤਾਂ ਟਣਕਾ ਟਣਕਾ ਕੇ ਵੇਖਦਾ, ਓਏ ਤੇਰੇ ਅੰਦਰ ਧਰਮ ਦੀ ਮੰਗ ਹੈ ਕਿੱਥੋਂ ਤੱਕ ਹੈ। ਤੇ ਜਿੰਨੀ ਕੁ ਸਾਡੀ ਮੰਗ ਹੈ ਉਵੇਂ ਦਾ ਫਲ ਸਾਡੀ ਝੋਲੀ ਵਿੱਚ ਪਈ ਜਾਂਦਾ। ਸਾਧ ਸੰਗਤ ਕਦੇ ਸੱਚੇ ਮਨੋਂ ਬੰਦਗੀ ਦਾ ਦਾਨ ਮੰਗਿਓ। ਝਾਲਾਵਾੜ ਦੀ ਰਾਣੀ ਝਾਲਾ ਬਾਈ ਅੱਜ ਬੰਦਗੀ ਦਾ ਦਾਨ ਮੰਗਣ ਆਈ ਹੈ। ਭਗਤ ਰਵਿਦਾਸ ਜੀ ਦੀ ਕੁੱਲੀ ਅੱਗੇ ਆਣ ਕੇ ਸਿਰ ਝੁਕਾਇਆ, ਸਾਰੀਆਂ ਫੌਜਾਂ ਟਿਕ ਗਈਆਂ, ਹੱਥ ਜੋੜੇ ਨੇ, ਭਗਤ ਜੀ ਦੇ ਦਰਸ਼ਨਾਂ ਲਈ ਅਰਦਾਸ ਕੀਤੀ। ਭਗਤ ਜੀ ਨੇ ਆਖਿਆ, ਰਾਣੀ ਆ ਗਰੀਬ ਦੀ ਕੁੱਲੀ ਵੱਲ ਕਿਵੇਂ? ਕਹਿਣ ਲੱਗੀ, ਭਗਤ ਜੀ ਤੁਹਾਡੇ ਕੋਲ ਜਿਹੜਾ ਪਰਮੇਸ਼ਰ ਹੈ ਨਾ, ਮੈਂ ਤੁਹਾਡੀ ਬਾਣੀ ਵਿੱਚੋਂ ਤੁਹਾਡੀ ਸੋਭਾ ਸੁਣੀ। ਸੱਚਮੁੱਚ ਤੁਹਾਡੀ ਚਾਲ ਨਿਰਾਲੀ ਹੈ। ਸੱਚਮੁੱਚ ਮੈਂ ਠਾਕੁਰਾਂ ਦੀ ਪੂਜਾ ਚੋਂ ਕੁਝ ਨਹੀਂ ਲੱਭਿਆ, ਜਿਹੜੇ ਨਾਮ ਦੀ ਕਿਰਪਾ ਦੇ ਨਾਲ ਚੌ ਚੱਕਾਂ ਦੇ ਵਿੱਚ ਤੁਹਾਡੀ ਸੋਭਾ ਹੋ ਗਈ ਹੈ ਨਾ। ਹੱਥ ਜੋੜ ਕੇ ਰਾਣੀ ਨਾਮ ਦੀ ਦਾਤ ਭਗਤ ਰਵਿਦਾਸ ਜੀ ਕੋਲੋਂ ਮੰਗਦੀ ਹੈ। ਗੁਰ ਕਮਲ ਕੌਰ ਤੇ ਜੁਝਾਰ ਸਿੰਘ ਦੀ ਜੋੜੀ ਉਸ ਰਾਣੀ ਦੀ ਬੇਨਤੀ ਨੂੰ ਤੁਹਾਡੇ ਸਾਹਮਣੇ ਬਿਆਨ ਕਰਨ ਲੱਗੀ ਹੈ। ਤੇ ਆਪਣੀ ਸੁਰਤ ਨਾਲ ਨਾਲ ਅਰਦਾਸ ਵਿੱਚ ਜੁੜਿਓ ਤੇ ਤੁਸੀਂ ਵੀ ਭਗਤ ਰਵਿਦਾਸ ਜੀ ਤੋਂ ਨਾਮ ਦੀ ਦਾਤ ਮੰਗਿਓ। ਹੈ ਐਉਂ ਬੇਨਤੀ ਕੀਤੀ ਜਾ ਰਹੀ।
ਝਾਲਾ ਬਾਈ ਭਗਤ ਰਵਿਦਾਸ ਜੀ ਤੋਂ ਨਾਮ ਦੀ ਦਾਤ ਮੰਗਦੀ ਹੈ। ਸਾਧ ਸੰਗਤ, ਭਗਤ ਜੀ ਨੇ ਬੜੀਆਂ ਬਖਸ਼ਿਸ਼ਾਂ ਵਰਤਾਈਆਂ, ਬੜੀਆਂ ਕੀਮਤੀ ਭੇਟਾਵਾਂ ਅੱਗੇ ਰੱਖੀਆਂ। ਭਗਤ ਜੀ ਨੇ ਆਖਿਆ, ਰਾਣੀ ਮੈਂ ਕਿਰਤ ਕਰਨ ਵਾਲਾ ਹਾਂ, ਮੈਂ ਰਾਜ ਦਰਬਾਰਾਂ ਦੀਆਂ ਭੇਟਾਵਾਂ ਦੇ ਨਾਲ ਨਹੀਂ ਜਿਉਂਦਾ। ਸਾਧ ਸੰਗਤ, ਇੱਕ ਗੱਲ ਦਾ ਚੇਤਾ ਰੱਖਿਓ, ਗੁਰੂ ਦੇ ਦਰ ਦੇ ਉੱਤੇ ਦਾਨ ਨਹੀਂ ਦਿੱਤਾ ਜਾ ਸਕਦਾ। ਦਾਨ ਬੰਦਾ ਦਾਨ ਦੇਵੇ ਗੁਰੂ ਦੇ ਦਰ ਦੇ ਉੱਤੇ, ਤੇ ਦਾਤਾਂ ਲਈਆਂ ਕਿਹਦੇ ਤੋਂ ਨੇ? ਉਹਦੀਆਂ ਦਿੱਤੀਆਂ ਦਾਤਾਂ ਦੇ ਵਿੱਚੋਂ ਇੱਥੇ ਕੁਝ ਧਰ ਕੇ ਤੂੰ ਦਾਨੀ ਬਣ ਜਾਏ। ਇੱਥੇ ਕੇਵਲ ਭੇਟਾ ਰੱਖੀ ਜਾ ਸਕਦੀ ਹੈ। ਮਹਾਰਾਜ ਆ ਮੇਰਾ ਪਿਆਰ ਪ੍ਰਵਾਨ ਕਰ ਲਈ, ਤੇ ਭੇਟਾ ਲੱਖ ਦੀ ਵੀ ਓਡੀ ਹੈ ਤੇ ਕੱਖ ਦੀ ਵੀ ਓਡੀ ਹੈ। ਗੁਰੂ ਦੇ ਦਰ ਦੇ ਉੱਤੇ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ। ਜੇ ਤੂੰ ਪ੍ਰੇਮ ਨਾਲ ਕੌਡੀ ਵੀ ਧਰ ਦੇਵੇ ਨਾ, ਤੇ ਪਾਤਸ਼ਾਹ ਕਹਿੰਦੇ ਤੇਰੇ ਤੇ ਰਹਿਮਤਾਂ। ਭਗਤ ਜੀ ਕਹਿੰਦੇ ਰਾਣੀ ਲੋੜਵੰਦਾਂ ਦੇ ਵਿੱਚ ਵੰਡ ਦੇ, ਰਵਿਦਾਸ ਨੂੰ ਇਹਨਾਂ ਦੀ ਲੋੜ ਨਹੀਂ। ਸਾਧ ਸੰਗਤ, ਝਾਲਾ ਬਾਈ ਮਰੀਦ ਬਣੀ ਭਗਤ ਰਵਿਦਾਸ ਜੀ ਦੀ। ਹੁਣ ਪੰਡਤਾਂ ਨੇ ਵੇਖਿਆ ਵੀ ਕਮਾਲ ਹੋ ਗਈ, ਜੇ ਰਾਜ ਦਰਬਾਰ ਦੀਆਂ ਧੀਆਂ, ਰਾਜ ਦਰਬਾਰ ਦੀਆਂ ਰਾਣੀਆਂ ਰਵਿਦਾਸ ਦੇ ਅੱਗੇ ਝੁਕਣ ਲੱਗ ਪਈਆਂ, ਤੇ ਸਾਡੀ ਮਨੂ ਸਿਮਰਤੀ ਦੇ ਬਣਾਏ ਚਾਰ ਵਰਨਾਂ ਦੀ ਤੇ ਖੇਡ ਹੀ ਮੁੱਕ ਜਾਣੀ ਹੈ। ਅਸੀਂ ਤੇ ਚੌਥਾ ਵਰਨ ਰੱਖਿਆ ਸੀ ਆਪਣੀ ਸੇਵਾ ਲਈ, ਸ਼ੂਦਰ। ਤੇ ਸ਼ੂਦਰ ਦੇ ਅੱਗੇ ਜੇ ਰਾਜੇ ਝੁਕ ਗਏ, ਤੇ ਸਾਡੀ ਮਨੂ ਸਿਮਰਤੀ ਨੂੰ ਕੌਣ ਪੁੱਛੇਗਾ? ਇਹ ਏਡਾ ਚਲਾਕ ਬੰਦਾ ਸੀ। ਵੈਸੇ ਜਿਹੜਾ ਬ੍ਰਾਹਮਣ ਹੈ ਨਾ, ਇਹ ਤੁਹਾਡੇ ਦੇਸ਼ ਦਾ ਬੰਦਾ ਹੈ ਹੀ ਨਹੀਂ, ਇਹ ਵਿਦੇਸ਼ੀ ਹੈ। ਇਹਨੂੰ ਆਰੀਅਨ ਵੀ ਕਹਿੰਦੇ ਨੇ। ਇਹ ਬਾਹਰੋਂ ਆਇਆ ਸੀ ਭਾਰਤ ਦੀ ਧਰਤੀ ਦੇ ਉੱਤੇ ਕਬਜ਼ਾ ਕਰਨ ਵਾਸਤੇ। ਜਿਵੇਂ ਗੋਰੇ ਆਏ ਨੇ ਨਾ, ਉਵੇਂ ਇਹ ਆਇਆ ਸੀ। ਇਹਨੇ ਆਣ ਕੇ ਵੇਖਿਆ ਤੇ ਕਹਿੰਦਾ ਵੀ ਹੁਣ ਸਿਰਾਂ ਦੀ ਗਿਣਤੀ ਵਧਾਈਏ ਆਪਾਂ। ਜਿਵੇਂ ਅੱਜ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੇ ਸਿਰਾਂ ਦੀ ਗਿਣਤੀ ਵੱਧ ਰਹੀ ਹੈ ਤੇ ਪੱਗਾਂ ਵਾਲਿਆਂ ਦੀ ਘਟ ਰਹੀ ਹੈ। ਜਦੋਂ ਪੱਗਾਂ ਵਾਲਿਆਂ ਦੀ ਗਿਣਤੀ ਨਾ ਰਹੀ, ਤੇ ਬਸ ਫਿਰ ਆਪਾਂ ਤੇ ਕਹਿਣ ਜੋਗੇ ਰਹਿ ਗਏ ਵੀ ਰਾਜ ਕਰੇਗਾ ਖਾਲਸਾ। ਖਾਲਸਾ ਰਿਹਾ ਹੀ ਨਹੀਂ ਤੇ ਰਾਜ ਕਿਹਨੇ ਕਰਨਾ ਹੈ? ਉਹ ਪੰਥ ਨਾ ਰਹਾ ਤਾਂ ਗ੍ਰੰਥ ਕੌਣ ਮੰਨੇਗਾ? ਜੇ ਪੰਥ ਹੀ ਨਾ ਰਿਹਾ ਤੇ ਗ੍ਰੰਥ ਕਿਹਨੇ ਮੰਨਣਾ ਬਈ? ਇਸ ਲਈ ਚਿੰਤਾ ਕਰਿਓ। ਸਾਡਾ ਮਨੋਰਥ ਕੇਵਲ ਇਹ ਨਹੀਂ ਚਾਹੀਦਾ ਵੀ ਛੇਤੀ ਛੇਤੀ ਬਈ ਸਾਰੀ ਨੌਜਵਾਨੀ ਆਈਲੈਟਸ ਦੇ ਵਿੱਚੋਂ 6-7 ਬੈਂਡ ਲਓ ਤੇ ਬਾਹਰ ਚਲੇ ਜਾਓ, ਤੇ ਉਧਰ ਜਾ ਕੇ ਨਾਰੇ ਲਾਈ ਜਾਂਦੇ ਰਾਜ ਕਰੇਗਾ ਖਾਲਸਾ। ਉਹ ਜਿੱਥੇ ਖਾਲਸਾ ਸਾਜਿਆ ਉਥੇ ਤੇ ਤੁਸੀਂ ਦਸਤਾਰਾਂ ਦੀ ਜੜ ਪੱਟੀ ਜਾਂਦੇ ਹੋ। ਹਾਂ, ਪਰਿਵਾਰ ਦੇ ਵਿੱਚੋਂ ਕੋਈ ਵਿਦੇਸ਼ ਚਲਿਆ ਜਾਏ, ਆਰਥਿਕ ਹਾਲਤ ਸੁਧਰ ਜਾਏ, ਮਾੜੀ ਗੱਲ ਨਹੀਂ, ਪਰ ਤੁਸੀਂ ਕਹੋ ਵੀ ਪੰਜਾਬ ਚੋਂ ਪਰਿਵਾਰ ਦਾ ਉਜਾੜਾ ਹੀ ਕਰ ਦਈਏ, ਇਹਦੇ ਵਿੱਚ ਆਉਣ ਵਾਲੇ ਸਮੇਂ 'ਚ ਵੱਡੇ ਪਛਤਾਵੇ ਜਾਗਣਗੇ। ਇਹ ਪੰਜਾਬ ਦੀ ਉਹ ਧਰਤੀ ਹੈ। ਕਲਗੀ ਵਾਲੇ ਨੇ ਜਦੋਂ ਪ੍ਰਕਾਸ਼ ਲਿਆ ਤੇ ਪੰਜਾਬ ਤੋਂ ਬਾਹਰ, ਕਲਗੀ ਵਾਲੇ ਮਹਾਰਾਜ ਨੇ ਜਦੋਂ ਸਰੀਰ ਤਿਆਗਣਾ ਸੀ ਉਹ ਵੀ ਪੰਜਾਬ ਤੋਂ ਬਾਹਰ ਨਦੇੜ। ਪਰ ਜਦੋਂ ਕਲਗੀ ਵਾਲੇ ਨੇ ਖਾਲਸਾ ਸਾਜਿਆ ਨਾ, ਫਿਰ ਪੰਜਾਬ 'ਚ ਸਾਜਿਆ ਇੱਥੇ ਹੈ। ਤੇ ਖਾਲਸੇ ਦੀ ਸਾਜਨਾ ਸੁਪਨਾ ਕਿਹਦਾ? ਹੁਣ ਗੱਲ ਗੌਰ ਨਾਲ ਸੁਣਿਓ। ਇਹ ਸੁਪਨਾ ਭਗਤ ਰਵਿਦਾਸ ਜੀ ਦਾ। ਭਗਤ ਰਵਿਦਾਸ ਜੀ ਦੇ ਸੁਪਨੇ ਨੂੰ ਸਾਕਾਰ ਕੀਤਾ ਕਲਗੀ ਵਾਲੇ ਪਾਤਸ਼ਾਹ ਨੇ। ਬਸ ਇੱਕ ਸ਼ਬਦ ਦਾ ਹੇਰ ਫੇਰ ਹੈ। ਉਹਨਾਂ ਨੇ ਕਿਹਾ ਬੇਗਮਪੁਰੇ ਦੇ ਵਾਸੀਆਂ। ਕਲਗੀਧਰ ਕਹਿੰਦੇ ਹੋਏ ਆਨੰਦਪੁਰ ਦੇ ਵਾਸੀਆਂ, ਬੇਗਮਪੁਰੇ ਤੇ ਆਨੰਦਪੁਰ 'ਚ ਫਰਕ ਦੱਸੋ ਕੀ ਹੈ? ਉਹ ਬੇਗਮਪੁਰੇ ਦਾ ਨਾਰਾ ਲਾਉਣ ਵਾਲੇ ਭਗਤ ਰਵਿਦਾਸ ਜੀ ਦੀ ਸੋਭਾ ਚੌਂਕ ਕੁੰਟਾਂ ਵਿੱਚ ਫੈਲਦੀ ਗਈ।
ते ब्राह्मण कहंदे भी कर लो कोई हीला। भगत रविदास जी दे खिलाफ राजे नूं जाके मिलते ने। राजे कोल जाके शिकायतां कीतियां कि राजा साहब तेरे राज दे विच अनर्थ हो रहा, जां ते राणी तेरे कहने विच नहीं, जां फिर तुहाडी मत मारी गई है, वो धर्म दे गुरुआं दा नरादर। हुण ये जिहड़ा राजा है ना, ये बड़ा सोचवान है। तुसीं चित्तौड़ दे इतिहास नूं पढ़न लगो ते राजे दीयां कई सिफतां मिलदियां ने भी ये राजा कहंदा सी भी मैं तुहाडी वार्तालाप करा सकदा, मैं खुद वो सारी गलबात सुनांगा, क्योंकि मैनू ते कोई समझ नहीं। दोवें धिरां अपना अपना पक्ष रख दिओ ते जिहड़ी धिर जित गई ओहदा सारिआं नूं पता लग जाना। पर ओ पंडित हुण राजे दे कंन भर रहे ने, राजे कन्नां दे कच्चे हुंदे ने। इतिहास ये भी कहंदा है जहांगीर ਉਹ ਛੇਵੇਂ ਪਾਤਸ਼ਾਹ ਨੂੰ ਗਵਾਲੀਅਰ ਦੀ ਕੈਦ ਵਿੱਚ ਬੰਦ ਕਰਦਾ ਤੇ ਬਾਅਦ ਵਿੱਚ ਕਹਿੰਦਾ ਮਹਾਰਾਜ ਮੇਰਾ ਕਸੂਰ ਨਹੀਂ ਸੀ ਜਿਹੜਾ ਤੱਤੀ ਤਵੀ ਤੇ ਪੰਚਮ ਪਾਤਸ਼ਾਹ ਬਹਿ ਗਏ, ਮੈਂ ਕਰਾਂ ਕੀ, ਬੇੜਾ ਬਹਿ ਗਿਆ ਚੰਦੂ ਦਾ, ਇਹਨੇ ਹਾਲਾਤ ਹੀ ਇਦਾਂ ਦੇ ਸਿਰ ਜਿੱਤੇ। ਇਹ ਗੱਲਾਂ ਹੀ ਇਹੋ ਜਿਹੀਆਂ ਕਰਦਾ ਸੀ ਆ ਕੇ। ਰਾਜੇ ਕੰਨਾਂ ਦੇ ਕੱਚੇ ਹੋਇਆ ਕਰਦੇ ਨੇ। ਹੁਣ ਰਾਜੇ ਦੇ ਕੰਨ ਭਰ ਰਹੇ ਨੇ। ਉਹ ਕੰਨ ਭਰਦਿਆਂ ਭਰਦਿਆਂ ਇਹ ਇਤਰਾਜ਼ ਜਤਾਉਂਦੇ ਨੇ ਕਿ ਰਾਜਾ ਸਾਹਿਬ ਇਹ ਰਾਣੀ ਸ਼ੂਦਰ ਨੂੰ ਗੁਰੂ ਬਣਾ ਲਈ ਹੈ। ਜਿਹੜਾ ਸ਼ੂਦਰ ਸਾਡੀ ਸੇਵਾ ਵਾਸਤੇ ਸੀ, ਜਿਹੜਾ ਸ਼ੂਦਰ ਧਰਮ ਦੇ ਵਿੱਚ ਪ੍ਰਵੇਸ਼ ਹੀ ਨਹੀਂ ਕਰ ਸਕਦਾ। ਬਾਬੇ ਨਾਨਕ ਨੇ ਇਹ ਗੱਲ ਕਹੀ ਸੀ ਨਾ, ਜਦੋਂ ਆਖਿਆ ਵੀ ਜਨੇਊ ਨਹੀਂ ਪਾਉਣਾ, ਪੰਡਤ ਕਹਿੰਦਾ ਜੀ ਕਾਹਤੇ ਨਹੀਂ ਪਾਉਣਾ। ਸਤਿਗੁਰ ਕਹਿੰਦੇ ਵੀ ਜਾਂ ਤਾਂ ਤੂੰ ਮੇਰੇ ਮਿੱਤਰ ਦੇ ਵੀ ਪਾ, ਸਾਡਾ ਤੇ ਨੇੜਤਾ ਹੀ ਬੜੀ ਆ, ਆ ਮਰਦਾਨਾ ਮੇਰਾ ਮਿੱਤਰ ਹੈ ਇਹਦੇ ਵੀ ਪਾ ਦੇ, ਅਸੀਂ ਇਕੱਠੇ ਹੀ ਪਵਾ ਲੈਂਦੇ ਆ। ਉਹ ਕਹਿੰਦਾ ਇਹ ਸ਼ੂਦਰ ਹੈ, ਸ਼ੂਦਰ ਧਰਮ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ। ਤੇ ਬਾਬੇ ਨਾਨਕ ਨੇ ਕਿਹਾ ਚੱਲ ਇਹਦੇ ਨਹੀਂ ਪਾਉਣਾ, ਮੇਰੀ ਭੈਣ ਦੇ ਪਾ ਦੇ, ਅਸੀਂ ਤਾਂ ਇੱਕੇ ਮਾਂ ਦੇ ਜਨਮੇ ਆ ਨਾ। ਉਹ ਕਹਿੰਦਾ ਜੀ ਇਸਤਰੀ ਧਰਮ 'ਚ ਪ੍ਰਵੇਸ਼ ਹੀ ਨਹੀਂ ਕਰ ਸਕਦੀ। ਹੁਣ ਪੰਡਤਾਂ ਦੇ ਆਹੀ ਇਲਜ਼ਾਮ ਨੇ ਕਿ ਰਾਜਾ ਸਾਹਿਬ ਇਸਤਰੀ ਤਾਂ ਧਰਮ 'ਚ ਪ੍ਰਵੇਸ਼ ਹੀ ਨਹੀਂ ਕਰ ਸਕਦੀ, ਧਰਮ ਦੇ ਗ੍ਰੰਥਾਂ ਦਾ ਅਨਰਥ ਹੋ ਗਿਆ। ਕੱਲੀ ਕੱਲੀ ਗੱਲ ਉਹ ਰਾਜੇ ਦੇ ਕੰਨ ਕਿਵੇਂ ਭਰ ਰਹੇ ਨੇ। ਕਵਿਤਾ ਦੀ ਜ਼ਬਾਨੀ ਝਾਲਾ ਰਾਣੀ ਕਿਉਂ ਸ਼ੂਦਰ ਨੂੰ ਗੁਰੂ ਬਣਾਉਂਦੀ ਹੈ। ਗੁਰਕਮਲ ਕੌਰ ਜੁਝਾਰ ਸਿੰਘ ਇਉਂ ਬੇਨਤੀ ਕੀਤੀ ਜਾ ਰਹੀ ਹੈ। ਝਾਲਾ ਰਾਣੀ ਕਿਉਂ ਸ਼ੂਦਰ ਨੂੰ ਫੀਸ ਸਿਖਾਉਂਦੀ ਆ।
सवाल कीता राजे नूं, राजा साहब शूदर नूं सिर झुकावे ओ भी तेरी रानी, तैनूं नहीं पता वेद ग्रंथां दा की फरमान है। साध संगत इसे दरम्यान एक होर कौतुक वरतिया। एक बार ते राजे ने वार्तालाप कराई। वार्तालाप दे विच भगत जी कई सवाल करते ने जिन्हां दा जवाब नहीं दे सके। भगत जी ने क्या बंदे दी महानता किसी बरादरी करके नहीं, बंदे दी महानता उहदे कर्मां तो आ। कहंदे जी ओ किवें? उन्हां क्या उदाहरण मैं दे देना। पंडित जी शराब पींदे हो? कहंदा हरे राम शराब की ते पंडित की। भगत जी कहंदे कोई नहीं, तेनू गंगा दे जल दी बना देंगे, फिर तां पीवेंगा ना। गंगा नू तू पवित्र मनदा? वो कहंदा ना जी ना, शराब भावें गंगा दे जल दी होवे है ही शराब। सुरसरी सलल कृत बार नीरे संत जन करत नहीं पानन, ये उन्हां दी बाणी है। सुरा पवित्र ना तवर जल रे, सुरसरी मिलत न होए आनंद। कहंदे जदों शराब ही बन गई, कहंदे फिर महानता गंगा दी ओना चेहरा जिन्ना चिर ओ शुद्ध है। जदों ओदी शराब बन गई महानता खत्म। ते बंदे दी भी महानता ओना चेहरा जदों तक बंदे दे कर्म शुद्ध ने। बंदे दे कर्म ही शुद्ध ना रहे, बंदा ठग बन गया ते कादियां बरादरियां। पंडित जी जवाब नहीं आया। पंडित दूजी गल कही, भगत जी आंदे पंडित जी ताड़ी दा दरख्त, ਉਹਨੂੰ ਇੱਕ ਫਲ ਲੱਗਦਾ ਬਹੂਏ ਦਾ, ਬਿਹਾਰ ਦੀਆਂ ਹੱਦਾਂ ਤੇ ਦਰਖਤ ਹੈ, ਉਹਦੇ ਚੋਂ ਨਸ਼ਾ ਨਿਕਲਦਾ ਸਿੱਧਾ। ਭਗਤ ਜੀ ਕਹਿੰਦੇ ਤਾੜੀ ਨੂੰ ਹੱਥ ਲਾਓਗੇ? ਉਹ ਕਹਿੰਦਾ ਹਰੇ ਰਾਮ ਉਹਦੇ ਵਿੱਚੋਂ ਸ਼ਰਾਬ ਨਿਕਲੇ ਤੇ ਪੰਡਤ ਹੱਥ ਲਾਵੇ। तर तार पवित्र कर मानिए रे, जैसे कागरा करत विचारंग। कहंदे अच्छा फिर पवित्र मानदे हो? पर पंडित जी भगत भगौत लिखिए ते उपरे, जे ओदे ते मैं धर्म ग्रंथ नूं लिखदियां ओदे पत्तियां ते, उन्हां वेलियां विच पत्तियां दे उत्ते धर्म ग्रंथ ताड़ी दे पत्तियां ते लिखिया जांदा। कहंदे फिर मनना पिया भी फिर ते मत्था टेकांगे, हुण तां उत्ते बाणी लिखी गई। हुण ओ ताड़ी दा पत्ता भी सत्कारयोग हो गया। कहंदे फिर पंडित जी ओ बंदा सत्कारयोग क्यों नहीं जिहदे हिरदे दे उत्ते राम लिखिया जाए? तुसीं किहड़े चक्करां च पए हो? सगल थान ते ओ उत्तम थान, नानक जे घट वसै हर नाम। पर असीं रब दे बंदे नहीं ना बने। इत्थे भुल्लर दे घर जमिया भुल्लर है बई, सहोते दे जमिया सहोता, ढिल्लों दे घर जमिया ढिल्लों है। पर जिहड़ा जमिया ही रब दे घर होवे उहनूं की आखोगे? भगतां दा प्रकाश रब दे घर विच है, उहनां दीयां बरकतां रब दे घर चों बोलदियां। ਇਹ ਬਰਕਤਾਂ ਤਾਂ ਪਰਮੇਸ਼ਰ ਦੇ ਘਰ ਵਿੱਚੋਂ ਆਉਂਦੀਆਂ ਨੇ, ਕਦੇ ਰੱਬ ਦੇ ਬਣ ਕੇ ਵੇਖੀਏ। ਹੁਣ ਭਗਤ ਜੀ ਦੀਆਂ ਦਲੀਲਾਂ ਦਾ ਉਹ ਜਵਾਬ ਨਹੀਂ ਦੇ ਸਕੇ। ਰਾਜਾ ਕਹਿੰਦਾ ਵੀ ਤੁਹਾਨੂੰ ਕਿਹਾ ਸੀ ਵੀ ਜਿਹੜੀ ਧਿਰ ਜਿੱਤ ਗਈ ਉਸ ਧਿਰ ਨੂੰ, ਹਾਰੀ ਧਿਰ ਨੂੰ ਪਾਲਕੀ 'ਚ ਬਿਠਾ ਕੇ ਸਨਮਾਨ ਸਹਿਤ ਘਰ ਛੱਡ ਕੇ ਆਉਣਾ ਪਊ, ਇਹ ਰਾਜੇ ਦਾ ਹੁਕਮ ਹੈ। ਹੁਣ ਪੰਡਤ ਤੇ ਕਲਪ ਗਿਆ ਅੰਦਰੋਂ ਤੇ ਕਲਪ ਗਿਆ, ਪਰ ਉਧਰ ਵੀ ਰਾਜਾ ਸੀ। ਇਤਿਹਾਸ ਕਹਿੰਦਾ ਪੰਡਤਾਂ ਨੂੰ ਨਾ ਚਾਹੁੰਦਿਆਂ ਹੋਇਆ ਭਗਤ ਰਵਿਦਾਸ ਜੀ ਨੂੰ ਉਸੇ ਤਰ੍ਹਾਂ ਸਤਿਕਾਰ ਸਹਿਤ ਪਾਲਕੀ 'ਚ ਬਿਠਾ ਕੇ ਛੱਡ ਕੇ ਆਉਣਾ ਪਿਆ, ਪਰ ਅੰਦਰੋਂ ਪੰਡਤ ਕਲਪ ਗਿਆ। ਹੁਣ ਪੰਡਤਾਂ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਤੇ ਇਸੇ ਦਰਮਿਆਨ ਇੱਕ ਕੌਤਕ ਵਰਤਦਾ। ਉਹ ਕੌਤਕ ਕੀ ਹੈ? मेवाड़ दे एक मंदिर च आरती हो रही है। वो आरती पंडित करदा थाली च दीवे रख के इदा इदा मूर्ति
हाँ जी हाँ वाला दुनिया दा। वैसे वार है ना जिहड़ी ये जंग दा दृश्य हुंदा है। वार दा निजम है कि इहदे च जंग दा दृश्य बयान करना है ते तुसीं इस गल नूं महसूस करियो भगतां ने जंग लड़ी। जिहड़ा समाजिक विरोध है ना ये सहना बड़ा औखा है। ਤੁਹਾਨੂੰ समाज विच लोग नफरत करन लग जाण, ਤੁਹਾਨੂੰ ਕੱਲਿਆਂ ਨੂੰ ਰਮੋਹੀ इथों के मुख सेवादार सरदार शिंगारा सिंह जी जिन्हां दी देख रेख दे सारे प्रबंध चलते ने ते समूह NRI वीर जिन्हां दा सहयोग रहिंदा इन्हां समागमां दे विच मैं अक्सर कहंदा हुंदा भी जे NRI वीर किते गुरमत समागमां ते माया लाउण लग जाण, क्योंकि घाट ये रही है NRIयां दी बहुती माया कबरां ते मेले लवाउण विच लग गई। ਉਹ ਸੱਭਿਆਚਾਰ ਦੇ ਨਾਂ ਤੇ ਮਾਇਆ ਖਰਚ ਕੇ ਪੰਜਾਬ ਦਾ ਮਾਹੌਲ ਵਿਗਾੜਨ ਵਾਲੇ ਪਾਸੇ ਉਹਨਾਂ ਦੀ ਮਾਇਆ ਬਹੁਤ ਲੱਗੀ ਹੈ। ਪਰ ਧਰਮ ਦੀ ਗੱਲ ਇਹਨਾਂ ਗੁਰਮਤਿ ਸਮਾਗਮਾਂ ਵੱਲ ਉਹਨਾਂ ਦਾ ਧਿਆਨ ਬੜਾ ਘੱਟ ਆਇਆ ਤੇ ਇਸ ਸਮਾਗਮ ਦੇ ਵਿੱਚ ਤੁਹਾਡੇ NRI ਵੀਰ ਉਹ ਆਪਣਾ ਯੋਗਦਾਨ ਪਾਉਂਦੇ ਨੇ। ਮੈਂ ਸੁਨੇਹਾ ਦਿੰਦਾ ਉਹਨਾਂ ਨੂੰ ਕਿ ਵੀਰੋ ਸੱਭਿਆਚਾਰਕ ਮੇਲਿਆਂ ਤੇ ਆਪਣੀ ਪਾਈ ਖਰਾਬ ਨਾ ਕਰਿਓ। ਤੁਸੀਂ ਕਬਰਾਂ ਤੇ ਲੱਗਣ ਵਾਲੇ ਮੇਲਿਆਂ ਦੇ ਉੱਤੇ ਇਹ ਤੁਹਾਡਾ ਰੁਪਈਆ ਨਹੀਂ ਜਾਣਾ ਚਾਹੀਦਾ। ਇਹ ਬਖਸ਼ਿਸ਼ਾਂ ਲਈਆਂ ਨੇ ਤੁਸੀਂ ਉਹਨਾਂ ਅੰਦੋਲਨਕਾਰੀ ਭਗਤਾਂ ਦੇ ਕੋਲੋਂ। ਆਓ ਉਹਨਾਂ ਭਗਤਾਂ ਦੀ ਸੋਚ ਸੰਸਾਰ ਤੱਕ ਲੈ ਕੇ ਚੱਲੀਏ। ਗੁਰੂ ਅਰਜਨ ਸਾਹਿਬ ਨੇ ਬਾਣੀ ਭਗਤ ਰਵਿਦਾਸ ਜੀ ਦੀ ਜਦੋਂ ਅੰਕਿਤ ਕੀਤੀ ਹੈ ਨਾ ਤੇ ਉਹਨਾਂ ਨੇ ਕਿਹਾ ਬਾਣੀ ਭਗਤ ਰਵਿਦਾਸ ਜੀਓ ਕੀ। ਤੁਹਾਨੂੰ ਕਿਤੇ ਨਹੀਂ ਲਿਖਿਆ ਮਿਲੂ ਬਾਣੀ ਗੁਰੂ ਅੰਗਦ ਦੇਵ ਜੀ ਕੀ, ਬਾਣੀ ਗੁਰੂ ਅਮਰਦਾਸ ਦੇਵ ਜੀ ਕੀ। ਪਰ ਜਦੋਂ ਭਗਤਾਂ ਦੀ ਬਾਣੀ ਲਿਖੀ ਤੇ ਉਹਨਾਂ ਨੇ ਜ਼ਿਕਰ ਕੀਤਾ ਬਾਣੀ ਭਗਤ ਰਵਿਦਾਸ ਜੀ ਕੀ। ਰਵਿਦਾਸ ਜੀਓ ਕੇ ਪਤੇ ਏਡਾ ਵੱਡਾ ਮਾਣ ਗੁਰੂ ਸਾਹਿਬ ਨੇ ਦਿੱਤਾ ਤੇ ਅੱਜ ਕਈ ਸਾਡੇ ਵਿੱਚ ਕੋਝੀਆਂ ਚਾਲਾਂ ਚੱਲਣ ਵਾਲੇ ਉਹ ਕਹਿੰਦੇ ਬਾਣੀ ਵੱਖ ਕਰ ਲੈਣੀ ਹੈ। गुरु ग्रंथ साहिब तो बाहर होर बाणी चुकी बैठे ने पर वो बाणी की प्रमाणिकता नहीं है। चेता रखियो जेड़ी प्रमाणिक बाणी है जेड़ी बाबे नानक ने 24 घंटे भगत रविदास के कोल रह के उस बाणी का उतारा किया। वो बाणी लेके आए 5 लखारी बाबे नानक के समय बाणी अगों लिखते होंदे सी। इतिहास ये भी कहता है कि जदों बाणी लैण वास्ते गुरु नानक साहब गए ने ते कबीर साहब नूं उन्हां ने नाल लिया। भगत कबीर जी भगत रविदास जी ते बाबा नानक इकट्ठे बैठे ने बाणी दा उतारा कीता। एक रात एक दिन लग्या 40 शब्द ने ना एडियां बिखम भाषावां च लिखी बाणी प्रमाणिक बाणी धन गुरु ग्रंथ साहिब दे विच दर्ज है। ये बाणी नूं वखरिया करन दी सोच रखण वालियां दा मूंह भन्निया करो। ओए उन्हां भगतां दा सुपना आओ दुनिया भर दे गुरमुखो इकट्ठे हो जाओ, इकट्ठे हो के झूठ दा पखंड दा टाकरा करो ते ए घुसपैठिए बंदे जेड़े फिर सानू वखरिया करना चाहुंदे ने। आओ भगतां दा ओ सुपना कलगीधर ने साकार किया। भगत जी दा सुपना सी आओ किरतियो घोड़ियां ते सवार हो, आओ किरतियो ये कहंदे आ ना दस्तार राजे सजा सकदे ने, आओ तुसीं सारे सजाओ सोहणियां दस्तारां, तुसीं घोड़ियां दी सवारी करो, तुहाडे कोले शस्त्र होण। ते कलगी वाले ने वो सुपना साकार किया। वो भगत रविदास जी का सुपना मान करया करो पंथक परिवार के मैंबर बनने वास्ते। कलगीधर दे पुत्रो धीओ अमृतधारी हो के जियो। आओ गुरु साहब अगे अरदास करिए असी बाणा ते बाणी दोवां नाल जुड़ के रहिए। दास दे जथे पासों बेअंत भुल्लां गलतियां हो गईयां होणगीयां, सतगुर सच्चे पातशाह जी बख्श लैण। अगों दास ने लुधियाने पहुंचना है, इसलिए हुणे ही खिमा दा जाचक हां। वैसे
ਸਾਡਾ ਨਿਯਮ ਹੈ ਕਿ ਅਰਦਾਸ ਹੋਣ ਤੋਂ ਬਾਅਦ ਹੁਕਮਨਾਮਾ ਲੈ ਕੇ ਜਾਣਾ, ਪਰ ਮੈਂ ਖਿਮਾ ਦਾ ਜਾਚਕ ਹੈ ਕਿਉਂਕਿ ਸਮਾਂ ਜਿੰਨਾ ਕੁ ਮਿਥਿਆ ਸੀ ਉਦੋਂ ਅੱਧਾ ਘੰਟਾ ਉੱਪਰ ਚਲਿਆ ਗਿਆ, ਇਸ ਲਈ ਹੁਣੇ ਚਾਲੇ ਪਾਉਣੇ ਹਨ। ਗੁਰੂ ਕੀ ਸੰਗਤ ਬਖਸ਼ਣਯੋਗ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਬਖਸ਼ਣਯੋਗ ਹਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ। ਕੋਈ ਗੱਲ ਚੰਗੀ ਨਾ ਲੱਗੀ ਹੋਵੇ ਉਹ ਮੈਨੂੰ ਵਾਪਸ ਕਰ ਦਿਓ, ਪਰ ਜਿਹੜੀ ਗੱਲ ਤੁਹਾਡੇ ਫਿੱਟ ਬੈਠੀ ਹੈ ਨਾ ਭਗਤ ਜੀ ਦੀ, ਉਹਨੂੰ ਅਮਲੀ ਜਾਮਾ ਪਹਿਨਾਇਓ। ਇੰਨੀਆਂ ਬੇਨਤੀਆਂ ਪ੍ਰਵਾਨ, ਗੱਜ ਵੱਜ ਕੇ ਫਤਿਹ ਬੁਲਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।